मेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। 9:18 ਹੋਏ ਨੇ ਹਾਜ਼ਰ। 9:18 ਹੋਏ ਨੇ। 30 ਅਗਸਤ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ। 15 ਭਾਦੋਂ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ੁਰੂਆਤ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ, ਪੰਜਾਬ ਤੋਂ, ਤੇ ਫਿਰ ਇੱਕ ਲਿਬਰਲ ਕੈਂਡੀਡੇਟ ਕੁਕਿਟਲਮ ਤੋਂ ਉਹਨਾਂ ਨਾਲ ਗੱਲਬਾਤ ਹੋਏਗੀ। ਪੇਡ ਸੈਗਮੈਂਟ ਹੈ। ਫਿਰ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ ਦੇ ਫਰੈਂਕੋ ਟੈਰਾਜ਼ੀਨੋ ਦੇ ਨਾਲ ਗੱਲਬਾਤ ਹੋਏਗੀ ਕਿ ਅਸਲ ਕੈਨੇਡਾ ਦੀ ਆਰਥਿਕ ਹਾਲਤ ਕੀ ਹੈ, ਤਿੰਨੇ ਪਾਰਟੀਆਂ ਦੇ ਪਲੇਟਫਾਰਮ ਕੀ ਨੇ। ਜਿਹੜਾ 1 ਖਰਬ ਦਾ ਘਾਟਾ ਹੈ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ ਦਾ ਡੈਟ ਪੇਪਰ ਦਿਖਾ ਰਹੇ ਨੇ, ਉਹ ਕਿਵੇਂ ਭਰਪੂਰੀ ਉਹਨਾਂ ਦੀ ਹੋਣੀ ਹੈ, ਕਿਹੜੀ ਪਾਰਟੀ ਕੀ ਕਰ ਰਹੀ ਹੈ, ਅਤੇ ਪੈਂਡੈਮਿਕ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਉਹ ਕੈਨੇਡੀਅਨ ਟੈਕਸ ਪੇਅਰ ਨੂੰ ਕੀ ਕਹਿ ਰਹੀ ਹੈ, ਲੋਕ ਐਕਸੈਪਟ ਕਰ ਰਹੇ ਨੇ ਜਾਂ ਨਹੀਂ। $1 ਟ੍ਰਿਲੀਅਨ 57,000 ਕੈਨੇਡੀਅਨ 'ਤੇ ਜਿਹੜਾ ਕਰਜ਼ਾ ਹੈ ਉਹ ਲਾਸਟ ਟਾਈਮ ਉਹਨਾਂ ਨਾਲ ਗੱਲਬਾਤ ਕੀਤੀ ਸੀ, ਪਰ ਹੁਣ ਪਾਰਟੀਆਂ ਕੀ ਕਹਿੰਦੀਆਂ ਨੇ। 118% GDP ਦਾ ਡੈਟ ਦਾ ਕੀ ਹੈ, ਕੁਛ ਫਿਗਰਸ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੋ ਸੀ ਪਿਛਲੀ ਵਾਰ, ਉਹਨਾਂ ਦਾ ਹੋਰ ਉਹਨਾਂ ਨੂੰ ਘੋਖਾਂਗੇ। ਅਤੇ ਪਾਰਟੀਆਂ ਤਿੰਨੇ ਹੁਣ ਕੀ ਕਹਿ ਰਹੀਆਂ ਨੇ, ਬੈਲੈਂਸ ਬਜਟ ਦੀ ਗੱਲ, ਅਤੇ ਜਿਹੜੀ ਮਹਿੰਗਾਈ ਵੱਧ ਰਹੀ ਆ ਉਹ ਕਦ ਠੀਕ ਹੋਣੀ ਹੈ। ਸੋ ਇਸ ਦੇ ਲਈ ਗੱਲਬਾਤ ਕਰਨਗੇ ਫਰੈਂਕੋ ਟੈਰਾਜ਼ੀਨੋ, ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰ ਗੱਲ ਕੀਤੀ ਸੀ। ਤੇ 604-204-0600 6042040600 ਔਨ ਏਅਰ ਨੰਬਰ ਰਹੇਗਾ, ਤਾਂ 604-729-1224 WhatsApp ਤੇ ਟੈਕਸਟ ਲਈ। ਪਤਾਲ ਦੀ ਡੂੰਘਾਈ ਤੇ ਸਿਖਰ ਆਗਾਸ ਤੇਰਾ, ਕੁੱਲ ਬ੍ਰਹਿਮੰਡ ਦੀ ਰੀਤਾਂ ਵਿੱਚ ਵਾਸ ਤੇਰਾ, ਚੜ੍ਹਦੇ ਦੀ ਡੋਰ ਹੱਥ ਮਰਦੇ 'ਚ ਸਵਾਸ ਤੇਰਾ, ਮਿੱਠੇ ਮਨ ਝੱਲਦੇ ਜੋ ਭਾਣੇ ਵੀ ਤੇਰੇ ਨੇ, ਚੱਕੀ ਪੀਂਦੀ ਵੀ ਤੇਰੀ, ਉਹ ਪਿਸੇ ਦਾਣੇ ਵੀ ਤੇਰੇ ਨੇ, ਹੱਸਦਿਆਂ ਵਸਦਿਆਂ ਸਾੜਾ ਤੇ ਉਜਾੜਾ ਤੇਰਾ, ਚੰਗਾ ਤੂੰ ਕਰਾਮ ਦਾ ਜੇ ਹੋਣੀ ਵਿੱਚ ਮਾੜਾ ਤੇਰਾ, ਲਸ਼ਕਰ ਭੰਗਾਣੀ ਦਾ ਇਕਾਂਤ ਮਾਛੀਵਾੜਾ ਤੇਰਾ, ਮਦੀਨੇ ਬਨਾਰਸ ਨਨਕਾਣੇ ਵੀ ਤੇਰੇ ਨੇ, ਚੱਕੀ ਪੀਂਦੀ ਵੀ ਤੇਰੀ, ਪਿਸੇ ਦਾਣੇ ਵੀ ਤੇਰੇ ਨੇ। ਕੱਕੇ ਰੇਤਿਆਂ ਦੇ ਕਣਾਂ ਬਰਫਬਾਰੀਆਂ ਦੇ ਵਿੱਚ, ਬੀੜਾਂ ਢੱਕੀਆਂ ਤੇ ਖੇਤਾਂ ਦੀ ਕਿਆਰੀਆਂ ਦੇ ਵਿੱਚ, ਪਸ਼ੂ ਰਿੰਗ ਦੇ ਪਰਿੰਦੇ ਕਿਲਕਾਰੀਆਂ ਦੇ ਵਿੱਚ, ਰੌਲਾ ਪਾਉਂਦੇ ਕਿੱਲ ਦੇ ਨਿਆਣੇ ਵੀ ਤੇਰੇ ਨੇ, ਚੱਕੀ ਪੀਂਦੀ ਵੀ ਤੇਰੀ ਤੇ ਪਿਸੇ ਦਾਣੇ ਵੀ ਤੇਰੇ ਨੇ। ਦੇਵੇਂ ਲਾਲੋ ਨੂੰ ਤੂੰ ਹੱਕ ਦੀ, ਦੇਵੇਂ ਚਾਹੇ ਸੁੱਕੀ, ਫਰੇਬੀ ਭੋਜ ਖਾਣਿਆਂ ਦੇ ਸਿਰ ਕਦੇ ਜੁੱਤੀ, ਦੇਗੇ ਲੰਗਰਾਂ 'ਚੋਂ ਤੇਰੇ ਕਦੇ ਦੇਗ ਨਹੀਂ ਉਹ ਮੁੱਕੀ, ਭੁੱਖੀ ਕੁੱਲੀ ਤੇ ਰੱਜੇ ਹੋਏ ਘਰਾਣੇ ਵੀ ਤੇਰੇ ਨੇ, ਚੱਕੀ ਪੀਂਦੀ ਵੀ ਤੇਰੇ ਤੇ ਪਿਸੇ ਦਾਣੇ ਵੀ ਤੇਰੇ ਨੇ, ਚੱਕੀ ਪੀਂਦੀ ਵੀ ਤੇਰੀ, ਪਿਸੇ ਦਾਣੇ ਵੀ ਤੇਰੇ ਨੇ। ਮਨਵੀਰ ਗਰੇਵਾਲ ਡੜਹੇੜੀ ਇਉਂ ਲਿਖਦਾ ਹੈ। ਸਵਰਨਵਕਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਸਿੰਘੂ ਬਾਰਡਰ ਨੂੰ ਜਾਂਦਿਆਂ ਕਰਨਾਲ ਦੇ ਵਿੱਚ ਜਿਹੜਾ ਲਾਠੀ ਚਾਰਜ ਅੱਖੀਂ ਤੁਸੀਂ ਵੇਖਿਆ, ਹੋਇਆ ਕੀ ਹੈ? DSP RSS ਦੇ ਪ੍ਰਚਾਰਕ ਦਾ ਭਤੀਜਾ ਕਹਿੰਦਾ ਸਿਰ ਤੋੜ ਦਿਓ। ਇੱਕ ਇੰਸਪੈਕਟਰ ਹੈ, ਆਪਣਾ ਪੱਗ ਬੰਨੀ ਹੈ, ਉਹ ਡਾਂਗ ਫੇਰਦਾ। ਤੇ ਹੋਈ ਕੀ ਕਹਾਣੀ ਹੈ? ਜੀ ਗਿੱਲ ਸਾਹਿਬ, ਮੈਂ ਇਸ ਵਕਤ ਵੀ ਸਿੰਘੂ ਬਾਰਡਰ ਤੇ ਹਾਂ ਔਰ ਕੱਲ ਨੂੰ ਵਾਪਸ ਆਉਣਾ। ਉਸ ਦਿਨ ਮੈਂ ਜਾ ਰਿਹਾ ਸੀ ਔਰ ਕਰਨਾਲ ਦੇ ਵਿੱਚ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਹੋ ਰਹੀ ਆ। ਉਹਦਾ ਵਿਰੋਧ ਕਰਨ ਦੇ ਲਈ ਕਿਸਾਨ ਲਾਮਬੰਦ ਹੋਏ ਨੇ, ਕਿਸਾਨਾਂ ਦਾ ਵੱਡਾ ਇਕੱਠ ਹੋਇਆ। ਆਪਾਂ ਵੀ ਰੁਕ ਗਏ। ਗਿੱਲ ਸਾਹਿਬ, ਉੱਥੇ ਦੇਖਿਆ ਇਹ ਕਿ ਵੀਡੀਓ ਸਭ ਨੇ ਦੇਖੀ ਆ, ਸਭ ਨੇ ਵੀਡੀਓ ਸੁਣੀ ਆ। SDM ਭੂਸਰਿਆ ਹੋਇਆ ਹੈਗਾ ਔਰ ਭੂਸਰਿਆ ਹੋਇਆ ਜਿਹੜਾ ਉਹ SDM ਹੈ, ਉਹ ਹੁਕਮ ਦੇ ਰਿਹਾ ਪੁਲਿਸ ਨੂੰ ਕਿ ਸਿਰ ਭੰਨ ਦਿਓ, ਕੋਈ ਅੱਗੇ ਨਾ ਆਉਣ ਦਿਓ, ਸਿਰ ਫੋੜ ਦਿਓ ਕਹਿੰਦਾ ਕਿ, ਔਰ ਕੋਈ ਅੱਗੇ ਨਹੀਂ ਆਉਣਾ ਚਾਹੀਦਾ। ਇਸ਼ਾਰਾ ਤਾਂ ਸਰਕਾਰ ਵਾਲੇ ਪਾਸਿਓਂ ਆ, RSS ਵਾਲੇ ਪਾਸਿਓਂ। ਇੱਕ ਬੰਨੇ ਤਾਂ RSS ਦਾ ਜਿਹੜਾ ਕਿਸਾਨ ਵਿੰਗ ਹੈ ਉਹ ਕਹਿ ਰਿਹਾ ਸੀ ਕਿਸਾਨਾਂ ਦੇ ਨਾਲ ਆ, ਦੂਜੇ ਬੰਨੇ ਉਸੇ RSS ਨੂੰ ਚਲਾਉਣ ਵਾਲੇ ਲੋਕ ਜਿਹੜੇ 1947 ਦੇ ਵਿੱਚ ਵੀ ਕੀ ਕਰਦੇ ਰਹੇ ਨੇ, ਜਦੋਂ ਭਗਤ ਸਰਾਭੇ ਹੋਰਾਂ ਦੀ ਲਹਿਰ ਸੀ,
ਔਰ ਅੱਜ ਵੀ ਕੀ ਕਰ ਰਹੇ ਨੇ ਸਭ ਦੇ ਸਾਹਮਣੇ ਆ, ਦੋਗਲੀ ਰਾਜਨੀਤੀ ਆ ਜਿਹੜੀ ਉਹ ਕਰ ਰਹੇ ਨੇ। ਤਾਂ ਉਸ ਐਸਡੀਐਮ ਨੇ ਇਸ਼ਾਰਾ ਕੀਤਾ ਕਿ ਇਹਨਾਂ ਦੇ ਸਿਰ ਭੰਨ ਦਿਓ। ਉਸ ਤੋਂ ਬਾਅਦ ਬੇਤਹਾਸ਼ਾ ਲਾਠੀਚਾਰਜ ਕੀਤਾ। ਜੇ ਪੁਲਿਸ ਨੇ ਲਾਠੀਚਾਰਜ ਵੀ ਕਰਨਾ ਹੁੰਦਾ ਹੈ ਤਾਂ ਪੁਲਿਸ ਨੂੰ ਇਹ ਹੁਕਮ ਹੁੰਦਾ ਹੈ ਕਿ ਜਿਹੜਾ ਗੋਡੇ ਤੋਂ ਥੱਲੇ ਗਿੱਟਿਆਂ ਦੇ ਉੱਤੇ ਪੁਲਿਸ ਆ ਜਿਹੜੇ ਉਹ ਲਾਠੀਆਂ ਮਾਰੇ, ਪਰ ਪੁਲਿਸ ਨੇ ਇਸ ਦੇ ਉਲਟ ਜਿਵੇਂ ਕੋਈ RSS ਵਾਲਿਆਂ ਨੂੰ ਪੁਲਿਸ ਦੀ ਵਰਦੀ ਪਹਿਨਾਈ ਹੁੰਦੀ ਆ ਜਾਂ ਸਪੈਸ਼ਲ ਟ੍ਰੇਨਿੰਗ ਦਿੱਤੀ ਹੁੰਦੀ ਆ, ਸਿਰ 'ਚ ਡਾਂਗਾਂ ਨੇ ਜਿਹੜੀਆਂ ਉਹ ਮਾਰੀਆਂ ਨੇ, ਬੇਤਹਾਸ਼ਾ ਲਾਠੀਚਾਰਜ ਕੀਤਾ। ਏਦਾਂ ਕੋਈ ਪਸ਼ੂ ਨਹੀਂ ਕੁੱਟਦਾ ਜਿਵੇਂ ਉੱਥੇ ਉਸ ਦਿਨ ਕਿਸਾਨ ਕੁੱਟੇ ਨੇ ਪੁਲਿਸ ਨੇ ਹਰਿਆਣੇ ਦੀਆਂ, ਔਰ ਬਹੁਤ ਬੇਤਹਾਸ਼ਾ ਤਰੀਕੇ ਦੇ ਨਾਲ ਕੁੱਟਿਆ। ਉਸ ਤੋਂ ਬਾਅਦ ਕੁੱਟ ਦੇ ਕਰਕੇ ਬਹੁਤ ਸਾਰਿਆਂ ਦੇ ਸਿਰ ਪਾਟੇ ਨੇ, ਕਈ ਜ਼ਖਮੀ ਹੋਏ ਨੇ, ਬੁਰੀ ਤਰੀਕੇ ਦੇ ਨਾਲ ਲਹੂ ਲੁਹਾਨ ਹੋਏ ਨੇ। ਔਰ ਇੱਕ ਕਿਸਾਨ 50 ਸਾਲਾਂ ਦੇ ਸੁਸ਼ੀਲ ਕੁਮਾਰ ਜਿਹੜਾ ਰਾਏਪੁਰ ਜਟਾਨ ਜ਼ਿਲ੍ਹਾ ਕਰਨਾਲ ਦਾ ਰਹਿਣ ਵਾਲਾ, ਉਹਦੀ ਮੌਤ ਹੋਈ ਆ। ਗਿੱਲ ਸਾਹਿਬ ਪੁਲਿਸ ਇਸ ਕਰਕੇ ਭੂਸਰੀ ਹੋਈ ਸੀਗੀ ਕਿ ਉਹ ਜਿਹੜਾ ਕਰਨਾਲ ਆ ਨਾ ਅਸਲ 'ਚ ਉਹ ਵਿਧਾਨ ਸਭਾ ਹਲਕਾ ਉੱਥੋਂ ਦੇ ਮੁੱਖ ਮੰਤਰੀ ਖੱਟਰ ਦਾ। ਖੱਟਰ ਨੂੰ ਇਹ ਲੱਗਦਾ ਸੀ ਕਿ ਜੇ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਵਿਰੋਧ ਹੋ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਜਿੱਤਣਾ ਮੁਸ਼ਕਲ ਹੋ ਜੂ। ਸੋ ਇਸ ਕਰਕੇ ਸਾਰਾ ਘਟਨਾਕ੍ਰਮ ਆ ਜਿਹੜਾ ਉਹ ਰਚਿਆ ਗਿਆ ਹੈਗਾ। ਤਾਂ ਹੁਣ ਕਿਸਾਨਾਂ ਦਾ ਗੁੱਸਾ ਵਧਿਆ ਹੋਇਆ ਜੀ। ਪੰਜਾਬ ਦੇ ਵਿੱਚ 2 ਘੰਟੇ ਚੱਕਾ ਜਾਮ ਰਿਹਾ, ਹਰਿਆਣੇ ਦੇ ਵਿੱਚ ਮੁਕੰਮਲ ਜਾਮ ਰਿਹਾ। ਉਸ ਦਿਨ ਗਿੱਲ ਸਾਹਿਬ ਫਿਰ ਸਾਰੀਆਂ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ, 1 ਲੱਖ ਜਦੋਂ ਕਰਨਾਲ ਦੇ ਵਿੱਚ ਇਹ ਹੋਇਆਗਾ। ਤੇ ਕੋਈ ਚਿੜੀ ਪਰੰਦਾ ਵੀ ਜਿਹੜਾ ਉਹ ਸੜਕਾਂ ਦੇ ਉੱਤੇ ਨਜ਼ਰ ਨਹੀਂ ਸੀ ਆਉਂਦਾ। ਕਿਸਾਨਾਂ ਦਾ ਐਡਾ ਮੁਸਤੈਦੀ ਪਹਿਰਾ ਸੀਗਾ। ਔਰ ਉਸ ਤੋਂ ਬਾਅਦ ਰੇਲ ਗੱਡੀਆਂ ਇਕੱਲੀਆਂ ਚੱਲ ਰਹੀਆਂ ਸੀ। ਕਿਸਾਨਾਂ ਨੇ ਕਿਹਾ ਕਿ ਉਹ ਵੀ ਬੰਦ ਕਰ ਦਿਆਂਗੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ। ਫਿਰ ਅੱਜ ਜਿਹੜੀ ਉੱਥੇ ਮਹਾਪੰਚਾਇਤ ਕੀਤੀ ਗਈ ਹੈ ਜੀ ਘੜੌਂਦਾ ਦੇ ਵਿੱਚ, ਕਰਨਾਲ ਦੇ ਵਿੱਚ, ਔਰ ਉਸ ਮਹਾਪੰਚਾਇਤ ਦੇ ਵਿੱਚ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ। 3 ਮੰਗਾਂ ਰੱਖੀਆਂ ਨੇ। ਪਹਿਲੀ ਮੰਗ ਤਾਂ ਇਹ ਹੈ ਕਿ ਕਰਨਾਲ ਦਾ ਜਿਹੜਾ ਉਹ SDM ਹੈ ਆਯੂਸ਼ ਸਿਨਹਾ, ਜਿਹਨੇ ਜਿਹੜਾ ਹੁਕਮ ਦਿੱਤਾ ਉਹਨੂੰ ਫੌਰੀ ਕੇਸ ਦਰਜ ਕਰਕੇ ਬਰਖਾਸਤ ਕੀਤਾ ਜਾਵੇ। ਦੂਸਰੀ ਮੰਗ ਆ ਜਿਹੜੀ ਉਹ ਇਹ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤੀਜੀ ਮੰਗ ਆ ਜਿਹੜੀ ਉਹ ਇਹ ਹੈ ਕਿ 2-2 ਲੱਖ ਰੁਪਇਆ ਮੁਆਵਜ਼ਾ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਦਿੱਤਾ ਜਾਵੇ। ਔਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਤੋਂ ਬਾਅਦ 7 ਸਤੰਬਰ ਨੂੰ ਅਣਮਿੱਥੇ ਸਮੇਂ ਦੇ ਲਈ ਕਰਨਾਲ ਦੇ ਵਿੱਚ ਜਿਹੜਾ ਮਿੰਨੀ ਸੈਕਟਰੀਏਟ ਆ ਉਹਦਾ ਘਿਰਾਓ ਕੀਤਾ ਜਾਊਗਾ। ਸੋ ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਗਾ। ਉਸ ਤੋਂ ਪਹਿਲਾਂ 5 ਸਤੰਬਰ ਨੂੰ ਯੂਪੀ ਦੇ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਮੁਜ਼ੱਫਰਨਗਰ ਦੇ ਵਿੱਚ, ਉਹਦੇ 'ਚ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਹਨੂੰ ਲੈ ਕੇ ਸਿਆਸਤ ਵੀ ਘਟ ਗਈ। ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਇਹ ਪੰਜਾਬ ਦੇ ਕਿਸਾਨਾਂ ਦਾ ਕੀਤਾ ਕਰਾਇਆ ਗਾ। ਉਹ ਕਹਿੰਦੇ ਪੰਜਾਬ ਦੇ, ਹਾਲਾਂਕਿ ਉਸ ਦਿਨ ਗੱਲ ਸਾਹਿਬ ਮੈਂ ਦੇਖਿਆ ਪੰਜਾਬ ਦੇ ਕਿਸਾਨ ਨਹੀਂ ਸੀ, ਹਰਿਆਣਾ ਦੇ ਕਿਸਾਨ ਸੀ। 99% ਜਿਹੜੇ ਕਿਸਾਨ ਸੀ ਉਹ ਹਰਿਆਣਾ ਦੇ ਸੀ ਕਰਨਾਲ ਦੇ ਵਿੱਚ। ਔਰ ਹਰਿਆਣਾ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਸਿੰਘੂ ਬਾਰਡਰ, ਟਿਕਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਨੇ, ਹਰਿਆਣਾ ਦੇ ਨਹੀਂ ਹੈਗੇ। ਮੈਂ ਦੇਖ ਰਿਹਾ ਕਿ ਉੱਥੇ ਜਿਹੜੀ ਲੱਸੀ ਪਹੁੰਚ ਰਹੀ ਆ, ਦੁੱਧ ਪਹੁੰਚ ਰਿਹਾ, ਦਹੀਂ ਪਹੁੰਚ ਰਿਹਾ, ਹਰ ਸਬਜ਼ੀ ਪਹੁੰਚ ਰਹੀ ਆ, ਹਰਿਆਣਾ 'ਚ ਪਹੁੰਚ ਰਹੀ ਆ। ਔਰ ਉੱਥੇ ਜਿਹੜੇ ਕਿਸਾਨ ਨੇ ਇਸ ਵਕਤ ਇੱਥੇ ਉਹ ਸਾਰੇ ਮੋਸਟਲੀ ਨੇ ਜਿਹੜੇ ਉਹ 50% ਦੇ ਲਗਭਗ ਹਰਿਆਣਾ ਦੇ ਨੇ। ਸੋ ਇਸ ਕਰਕੇ ਹਰ ਤਰ੍ਹਾਂ ਦਾ ਸਹਿਯੋਗ ਤਿੰਨੇ ਬਾਰਡਰਾਂ ਦੇ ਉੱਤੇ, ਹਰ ਤਰ੍ਹਾਂ ਦਾ ਜਿਹੜੀ ਲਾਮਬੰਦੀ ਆ ਹਰਿਆਣਾ ਦੇ ਕਿਸਾਨਾਂ ਦੀ ਬਰਾਬਰ। ਸੋ ਇਹ ਸਰਕਾਰ ਆ ਜਿਹੜੀ ਹਰਿਆਣਾ ਦੀ ਉਹ ਹੁਣ ਇਸ ਰੂਪ ਦੇ ਵਿੱਚ ਹੈ ਕਿ ਜ਼ਬਰ ਦੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੋਂ ਉਠਾ ਦਿੱਤਾ ਜਾਵੇ। ਲੇਕਿਨ ਇੱਥੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ, ਸਿੰਘੂ ਬਾਰਡਰ ਦੇ ਉੱਤੇ ਵੀ, ਟਿਕਰੀ ਬਾਰਡਰ ਦੇ ਉੱਤੇ ਵੀ। ਔਰ ਕਿਸਾਨ ਇਸ ਗੱਲ ਦੇ ਲਈ, ਗਿੱਲ ਸਾਹਿਬ ਬਹੁਤ ਬੜੇ ਕਿਸਾਨ ਉਹ ਮਿਲਦੇ ਨੇ 9 ਮਹੀਨੇ ਹੋ ਗਏ ਕਹਿੰਦੇ ਜੀ ਆਇਆ ਨੂੰ, ਕਈ ਕਹਿੰਦੇ ਮੈਂ ਤਾਂ 1 ਵਾਰ ਵੀ ਨਹੀਂ ਗਿਆ ਪੁੱਤ ਘਰੇ। ਕਈ ਇਹੋ ਜਿਹੇ ਮਿਲਦੇ ਉਹ ਕਹਿੰਦਾ ਮੈਂ 1 ਵਾਰ ਗਿਆ ਸੀ, 2 ਦਿਨ ਫਿਰ ਮੁੜਿਆ ਆ। ਕੋਈ ਇਹੋ ਜਿਹੇ ਮਿਲਦੇ ਉਹ ਕਹਿੰਦਾ ਮੈਂ 5 ਦਿਨ ਗਿਆ 9 ਮਹੀਨਿਆਂ ਦੇ ਵਿੱਚ। ਤਾਂ ਇਹ ਕਿਸਾਨਾਂ ਦੀ ਦ੍ਰਿੜਤਾ, ਹੌਸਲਾ ਤੇ ਵਿਸ਼ਵਾਸ ਹੈ। ਹੁਣ ਲੀਡਰਸ਼ਿਪ ਦੀ ਜ਼ਿੰਮੇਵਾਰੀ ਆ ਕਿ ਲੀਡਰਸ਼ਿਪ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਵੇ। ਔਰ ਲੀਡਰਸ਼ਿਪ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਨੇ ਜੀ। ਗੱਲਬਾਤ ਚੱਲ ਰਹੀ ਹੈ ਨਵਕਿਰਨ ਹੋਰਾਂ ਨਾਲ, ਸਿੰਘੂ ਬਾਰਡਰ ਪਹੁੰਚੇ ਹੋਏ ਨੇ। ਤੇ ਨਵਕਿਰਨ, ਕਾਂਗਰਸ ਦਾ ਕਲੇਸ਼ ਕੀ ਕਹਿ ਰਿਹਾ ਹੈ? ਗਿੱਲ ਸਾਹਿਬ, ਕਾਂਗਰਸ ਪਾਰਟੀ ਦਾ ਕਲੇਸ਼ ਹੈ ਜਿਹੜਾ ਪੰਜਾਬ 'ਚ ਬਹੁਤ ਵੱਧ ਰਿਹਾ, ਦਿਨੋਂ ਦਿਨ ਤਿੱਖਾ ਹੋ ਰਿਹਾ। ਇੱਕ ਤਾਂ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ 1 ਦਿਨ ਦਾ ਇਜਲਾਸ ਸੱਦਿਆ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 1 ਦਿਨ ਦਾ ਇਜਲਾਸ ਬਹੁਤ ਘੱਟ ਹੈ। ਜੇ ਤੁਸੀਂ ਖੇਤੀ ਕਾਨੂੰਨਾਂ ਦੇ ਵਿਸ਼ੇ ਦੇ ਉੱਤੇ ਨਵਾਂ ਐਕਟ ਲੈ ਕੇ ਆਉਣਾ ਹੈ, ਇਹਨਾਂ ਨੂੰ ਰੱਦ ਕਰਨਾ ਹੈ, ਬਿਜਲੀ ਸਮਝੌਤੇ ਜਿਹੜੇ ਹੋਏ ਨੇ ਉਹ ਰੱਦ ਕਰਨੇ ਨੇ ਤੇ ਹੋਰ ਬਹਿਸ ਕਰਨੀ ਹੈ ਤਾਂ ਇਹਨੂੰ 5 ਤੋਂ 6 ਦਿਨ ਦਾ ਕਰੋ। ਤ੍ਰਿਪਤ ਰਜਿੰਦਰ ਬਾਜਵਾ ਕਹਿ ਰਹੇ ਨੇ ਕਿ ਇਹਨੂੰ ਵਧਾਓ। ਸੋ ਇਹ ਜਿਹੜਾ ਸਿੱਧੇ ਤੌਰ ਦੇ ਉੱਤੇ ਚੈਲੰਜ ਆ। ਦੂਜੇ ਬੰਨੇ ਹਰੀਸ਼ ਰਾਵਤ ਨੇ ਪਿਛਲੇ ਦਿਨਾਂ ਦੇ ਵਿੱਚ ਕਹਿਤਾ ਸੀ, ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ, ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ। ਉਹਦੇ ਤੇ ਪ੍ਰਗਟ ਸਿੰਘ ਜਿਹੜੇ ਵਿਧਾਇਕ ਨੇ ਉਹਨਾਂ ਨੇ ਸਿੱਧਾ ਕਮੈਂਟ ਕੀਤਾ। ਉਹ ਕਹਿੰਦੇ ਹਰੀਸ਼ ਰਾਵਤ ਕੌਣ ਹੁੰਦੇ ਨੇ ਕਹਿਣ ਵਾਲੇ,
ਜਦ ਕਿ ਹੋਇਆ ਤਾਂ ਇਹ ਤੈਅ ਸੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਚੋਣਾਂ ਲੜੀਆਂ ਜਾਣਗੀਆਂ। ਹੁਣ ਹਰੀਸ਼ ਰਾਵਤ ਯੂ ਟਰਨ ਲੈਂਦੇ ਵੀ ਨਜ਼ਰ ਆਏ ਨੇ ਇਸ ਵਿਸ਼ੇ ਦੇ ਉੱਤੇ। ਸੋ ਕਾਂਗਰਸ ਦਾ ਅੰਦਰੂਨੀ ਕਲੇਸ਼ ਆ ਜਿਹੜਾ ਦਿਨੋਂ ਦਿਨ ਤਿੱਖਾ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਇੱਕ ਬੰਨੇ ਲਾਮਬੰਦੀ ਕਰ ਰਹੇ ਨੇ, ਕਿਤੇ ਵੀ ਰਜਿੰਦਰ ਕੌਰ ਭੱਠਲ ਨੂੰ ਮਿਲ ਰਹੇ ਨੇ, ਕਿਤੇ ਵਿਧਾਇਕਾਂ ਨੂੰ ਮਿਲ ਰਹੇ ਨੇ। ਉਧਰੋਂ ਨਵਜੋਤ ਸਿੰਘ ਸਿੱਧੂ ਵੀ ਟਵੀਟ ਤੇ ਟਵੀਟ ਕਰੀ ਜਾ ਰਹੇ ਨੇ। ਜੀ ਗਿੱਲ ਸਾਹਿਬ। ਅੱਛਾ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਮਰਾਲਿਓਂ ਫਿਰ ਮਾਛੀਵਾੜੇ ਫੇਰੀ ਸਮਰਾਲਿਓਂ ਕਿਹੜਾ ਉਮੀਦਵਾਰ ਜਿਹੜਾ ਐਲਾਨਿਆ, ਤੇ ਸਿਕੰਦਰ ਮਲੂਕੇ ਹੋਣੀ ਕਹਿੰਦੇ ਮੈਂ ਚੋਣ ਨਹੀਂ ਲੜਨੀ। ਜੀ ਗਿੱਲ ਸਾਹਿਬ, ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜਿਹੜੀ ਸਥਿਤੀ ਆ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈਗੀ ਕਿ ਇੱਕ ਬੰਨੇ ਸੁਖਬੀਰ ਬਾਦਲ 100 ਦਿਨ ਦੀ ਯਾਤਰਾ ਤੇ ਨਿਕਲਿਆ ਹੋਇਆ, ਲਗਾਤਾਰ ਉਮੀਦਵਾਰ ਲਾਨੀ ਜਾ ਰਿਹਾ। ਅੱਜ ਮਾਛੀਵਾੜਾ ਦੀ ਫੇਰੀ ਮੌਕੇ ਪਰਮਜੀਤ ਢਿੱਲੋਂ ਨੂੰ ਹਲਕਾ ਸਮਰਾਲਾ ਤੋਂ ਉਮੀਦਵਾਰ ਲਾਣ ਤਾਂ, ਹਾਲਾਂਕਿ ਕਿਸਾਨਾਂ ਨੇ ਮਾਛੀਵਾੜਾ ਦੇ ਵਿੱਚ ਵਿਰੋਧ ਕੀਤਾ ਔਰ ਸ਼ਹਿਰ ਦੇ ਵਿੱਚ ਜਿਹੜੀ ਸੁਖਬੀਰ ਬਾਦਲ ਦੀ ਮੀਟਿੰਗ ਰੱਖੀ ਹੋਈ ਸੀ ਉਹ ਵਿਚਾਲੇ ਰੱਦ ਕਰਨੀ ਪਈ। ਦੂਜੇ ਬੰਨੇ ਗਿੱਲ ਸਾਹਿਬ, ਸਿਕੰਦਰ ਸਿੰਘ ਮਲੂਕਾ ਗਾ ਜਿਹੜਾ ਉਹ ਔਖਾ ਹੋਇਆ ਪਿਆ ਗਾ ਕਿ ਸੁਖਬੀਰ ਬਾਦਲ ਉਹਨੂੰ ਨਾਲ ਨਹੀਂ ਰੱਖ ਰਿਹਾ। ਇੱਕ ਗੱਲ ਤਾਂ ਇਹ ਆ, ਦੂਸਰੀ ਇਹ ਆ ਕਿ ਸਿਕੰਦਰ ਸਿੰਘ ਮਲੂਕਾ ਐਤਕੀ ਇੱਕ ਨਹੀਂ 2 ਸੀਟਾਂ ਭਾਲਦਾ। ਸੁਖਬੀਰ ਬਾਦਲ ਹੋਰਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਹੈਗਾ ਜਿਹੜਾ ਉਹ ਐਲਾਨ ਦਿੱਤਾ ਕਿ ਰਾਮਪੁਰਾ ਫੂਲ ਤੋਂ ਸਿਕੰਦਰ ਮਲੂਕਾ ਚੋਣ ਲੜਨਗੇ। ਲੇਕਿਨ ਮਲੂਕਾ ਕਹਿੰਦਾ ਵੀ ਮੈਂ ਨਹੀਂ ਇੱਥੋਂ ਚੋਣ ਲੜਨੀ। ਉਹਨੇ ਸਿੱਧੇ ਤੌਰ ਦੇ ਉੱਤੇ ਐਲਾਨ ਕਰਤਾ ਕਿ ਸੁਖਬੀਰ ਬਾਦਲ ਨੇ ਮੈਨੂੰ ਬਿਨਾਂ ਪੁੱਛੇ ਉਮੀਦਵਾਰ ਐਲਾਨਤਾ। ਉਹ ਕਹਿੰਦਾ ਮੈਂ ਚੋਣ ਲੜਨੀ ਆ ਤਾਂ ਮੈਨੂੰ ਮੌੜ ਮੰਡੀ ਜਾਂ ਹੋਰ ਕੋਈ ਹਲਕਾ ਦਿਓ, ਇੱਥੋਂ ਤਾਂ ਮੇਰਾ ਮੁੰਡਾ ਲੜੂਗਾ। ਇੱਥੋਂ ਤਾਂ ਕਹਿੰਦਾ ਗੁਰਪ੍ਰੀਤ ਮਲੂਕਾ ਚੋਣਾਂ ਗਈਆਂ ਜਿਹੜੀਆਂ ਉਹ ਲੜੂਗਾ। ਸੋ ਸਿੱਧੇ ਤੌਰ ਤੇ ਸੁਖਬੀਰ ਬਾਦਲ ਦੇ ਫੈਸਲੇ ਨੇ ਇੱਕ ਤਰੀਕੇ ਨਾਲ ਚੈਲੰਜ ਕੀਤਾ ਮਲੂਕੇ ਨੇ। ਦੂਸਰਾ, ਸੁਖਬੀਰ ਬਾਦਲ ਕੋਲੇ ਪਹਿਲਾਂ ਹੀ ਮੰਗ ਰੱਖ ਰਿਹਾ ਸੀ ਕਿ ਇੱਥੋਂ ਮੇਰੇ ਮੁੰਡੇ ਨੂੰ ਚੋਣ ਲੜਾਓ, ਲੇਕਿਨ ਉਹਨਾਂ ਨੇ ਇੱਕ ਪਰਿਵਾਰ 'ਚ ਇੱਕ ਟਿਕਟ ਦਿੱਤੀ ਹੈਗੀ ਔਰ ਹੁਣ ਸਿਕੰਦਰ ਸਿੰਘ ਮਲੂਕਾ ਇੱਕ ਤਰੀਕੇ ਦੇ ਨਾਲ ਸੁਖਬੀਰ ਬਾਦਲ ਦੇ ਖਿਲਾਫ ਬਾਗੀ ਸੋਰਾ ਜਿਹੜੇ ਉਹ ਦਿਖਾ ਰਹੇ ਨੇ। ਸੋ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਸਥਿਤੀ ਕਿਸ ਪਾਸੇ ਨੂੰ ਜਾਂਦੀ ਆ। ਜੀ ਮਲਾਈ ਸ਼ਕਲੀ ਜੀ ਨਾਲੇ ਹੁਣ ਥੱਲੇ ਛੇੜੇ ਨੂੰ ਕਿਹੜਾ ਭਾਲਦਾ, ਮਲਾਈ ਮਲੂਕੇ ਉਹਨਾਂ ਦੀ ਸ਼ਕਲੀ। ਤੇ ਅੱਛਾ, ਅੱਗੇ ਦੱਸਿਓ ਕਿ ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਤੇ ਲਾਠੀ ਚਾਰਜ ਹੋਏ, ਕਹਿੰਦੇ ਗਗਨ ਅਨਮੋਲ ਮਾਨ ਦੇ ਵੀ ਡਾਂਗ ਲੱਗੀ। ਜੀ ਗਿੱਲ ਸਾਹਿਬ, ਕਾਫੀ ਲਾਠੀਚਾਰਜ ਹੈ ਜਿਹੜਾ ਭੈੜਾ ਹੋਇਆ। ਦਰਅਸਲ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਬਣਿਆ ਉਹਦੇ ਤੋਂ ਆਮ ਆਦਮੀ ਪਾਰਟੀ ਨੂੰ ਵੀ ਲੱਗਿਆ ਕਿ ਔਰਤਾਂ ਵਿਸ਼ੇਸ਼ ਤੌਰ ਦੇ ਉੱਤੇ ਜਾਣ ਔਰ ਭਾਜਪਾ ਦਾ ਦਫ਼ਤਰ ਘੇਰਨ। ਤੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੇ ਵੱਲੋਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਨਮੋਲ ਗਗਨ ਮਾਨ ਸਮੇਤ ਰਾਜਵਿੰਦਰ ਕੌਰ ਤੇ ਹੋਰ ਬਹੁਤ ਸਾਰੀਆਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂ ਸੀਗੀਆਂ। ਉਹ ਜਦੋਂ ਗਈਆਂ ਤਾਂ ਪੁਲਿਸ ਨੇ ਬੇਤਹਾਸ਼ਾ ਲਾਠੀਚਾਰਜ ਕੀਤਾ ਔਰ ਪਾਣੀ ਦੀਆਂ ਵਿਛਾੜਾਂ ਮਾਰੀਆਂ। ਅਨਮੋਲ ਗਗਨ ਮਾਨ ਬੇਹੋਸ਼ ਹੋ ਕੇ ਡਿੱਗੀ ਦੱਸੀ ਜਾਂਦੀ ਹੈ ਔਰ ਪਤਾ ਲੱਗਿਆ ਉਹਦੇ ਸੱਟਾਂ ਵੀ ਵੱਜੀਆਂ ਨੇ, ਹਸਪੀਟਲ 'ਚ ਐਡਮਿਟ ਵੀ ਹੋਈ ਹੈ। ਸੋ ਇਹਦੀ ਨਿਖੇਧੀ ਵੀ ਹੋ ਰਹੀ ਹੈ ਜੀ। 50 ਤੋਂ ਵੱਧ ਔਰਤਾਂ ਨੂੰ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਵੀ ਲਿਆ ਗਾ। ਹੁਣ ਇਹ ਵੀ ਪਤਾ ਲੱਗਿਆ ਗਾ ਗਿੱਲ ਸਾਹਿਬ ਕਿ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਜਾ ਰਹੀ ਹੈ। ਜੀ ਚਲੋ, ਲੀਡਰ ਬਣ ਗਈ, ਨਾਲੇ ਵਿਛਾੜ ਹੋ ਗਈ, ਨਾਲੇ ਸੋਟੀ ਲੱਗੀ, ਹੁਣ ਪੱਕਿਆਂ 'ਚ ਹੋ ਗਈ। ਅੱਛਾ, ਅੱਗੇ ਚੱਲੀਏ ਕਿ ਮੱਧ ਪ੍ਰਦੇਸ਼ ਦੇ ਅਜੈਨ ਦੇ ਵਿੱਚ ਕਬਾੜੀਏ ਨੂੰ ਕੀ ਕਹਿੰਦੇ RSS ਵਾਲੇ, ਬੋਲ ਜੈ ਸ਼੍ਰੀ ਰਾਮ। ਜੀ ਗਿੱਲ ਸਾਹਿਬ, ਇੱਕ ਕਬਾੜੀਏ ਨੂੰ ਅਜੈਨ ਦੇ ਵਿੱਚ ਜਿਹੜਾ ਉਹ RSS ਵਾਲੇ ਨੇ ਕਿਹਾ ਕਿ ਜੈ ਸ਼੍ਰੀ ਰਾਮ ਬੋਲ, ਉਹਨੂੰ ਮਜਬੂਰ ਕੀਤਾ ਔਰ ਜੈ ਸ਼੍ਰੀ ਰਾਮ ਤੋਂ ਕਹਾਇਆ। ਹੁਣ ਇਸ ਘਟਨਾ ਦੇ ਵਿੱਚ 2 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਇੱਕ 22 ਸਾਲਾਂ ਦਾ ਕਮਲ, ਇੱਕ 27 ਸਾਲਾਂ ਦਾ ਈਸ਼ਵਰ ਸਿੰਘ। ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈਗਾ ਔਰ ਇਹ ਲੱਗਿਆਗਾ ਕਿ ਇਹ ਲਗਾਤਾਰ ਘਟਨਾਵਾਂ ਮੱਧ ਪ੍ਰਦੇਸ਼ ਦੇ ਵਿੱਚ ਗਿੱਲ ਸਾਹਿਬ ਵਾਪਰ ਰਹੀਆਂ। ਪੂਰੇ ਦੇਸ਼ ਦੇ ਵਿੱਚ ਮਾਹੌਲ ਆ ਜਿਹੜਾ ਉਹ ਮਨਾਵਟੀ ਦੇ ਲਈ, ਧਾਰਮਿਕ ਘੱਟ ਗਿਣਤੀਆਂ ਦੇ ਲਈ ਅਸੁਰੱਖਿਆ ਵਾਲਾ ਬਣਿਆ ਹੋਇਆ। ਜੀ ਦਿਓਰ ਭਰਜਾਈ ਨੇ ਕਿੱਥੇ ਜ਼ਹਿਰ ਖਾਧੀ ਜੀ ਆਪਣੇ ਪੰਜਾਬ 'ਚ। ਜੀ ਗਿੱਲ ਸਾਹਿਬ, ਇਹ ਕਸੂ ਨੰਗਲ ਨੇੜੇ ਦੀ ਘਟਨਾ ਗਈ। ਉੱਥੇ ਦਿਓਰ ਭਰਜਾਈ ਦੇ ਆਪਸ ਦੇ ਵਿੱਚ ਨਜਾਇਜ਼ ਸੰਬੰਧ ਸੀਗੇ ਔਰ ਦੋਨੇ ਵਿਆਹੇ ਹੋਏ ਸੀਗੇ ਜੀ ਔਰ ਦੋਨਾਂ ਨੇ ਜਿਹੜਾ ਉਹ ਜ਼ਹਿਰ ਆਗਾ ਉਹ ਨਿਗਲ ਲਿਆ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਆ। 15 ਕੁ ਦਿਨ ਪਹਿਲਾਂ ਦੋਨੇ ਘਰੋਂ ਆ ਜਿਹੜਾ ਉਹ ਫਰਾਰ ਹੋਏ ਸੀਗੇ ਔਰ ਅੱਜ ਉਹਨਾਂ ਨੂੰ ਹਸਪੀਟਲ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਐਡਮਿਟ ਵੀ ਕਰਾਇਆ ਗਿਆ ਸੀ, ਜਿਸ 'ਤੇ ਉਹਨਾਂ ਦੀ ਮੌਤ ਆ ਜਿਹੜੀ ਉਹ ਹੋਈ ਹੈ। ਇਹ ਕਸੂ ਨੰਗਲ ਅਧੀਨ ਆਉਂਦਾ ਇਤਿਹਾਸਕ ਕਸਬਾ ਚਵਿੰਡਾ ਦੇਵੀ, ਉੱਥੋਂ ਦੇ ਰਹਿਣ ਵਾਲੇ ਸੀਗੇ ਜੀ। ਫੇਸਬੁੱਕ ਤੇ ਲਾਈਵ ਹੋ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕਿੱਥੇ ਹੋਈ ਜੀ ਪੰਜਾਬ 'ਚ। ਗਿੱਲ ਸਾਹਿਬ, ਇਹ ਨਾ ਜਿਹੜਾ ਘਟਨਾਕ੍ਰਮ ਆ ਇਹਦੇ ਵਿੱਚ ਇੱਕ MLA ਦਾ ਨਾਂ ਗਾ ਜਿਹੜਾ ਉਹ ਵੀ ਬੋਲਦਾ ਗਾ। ਸੋ ਇਹ ਘਟਨਾਕ੍ਰਮ ਦਰਅਸਲ ਪੰਜਾਬ ਦਾ ਗਾ ਔਰ ਪੰਜਾਬ ਦੇ ਵਿੱਚ ਇਸ ਘਟਨਾਕ੍ਰਮ ਦੇ ਵਿੱਚ ਪੁਲਿਸ ਮੁਖੀ ਦਾ ਔਰ ਜਿਹੜਾ ਵਿਅਕਤੀ ਨੇ ਕੋਸ਼ਿਸ਼ ਕੀਤੀ ਆ ਉਹ ਗਊਸ਼ਾਲਾ ਚਲਾ ਰਿਹਾ ਜੀ ਔਰ ਗਊਸ਼ਾਲਾ ਚਲਾਉਣ ਵਾਲੇ ਵਿਅਕਤੀ ਦੇ ਵੱਲੋਂ ਇਹ ਕਹਿ ਕੇ ਕਿ ਉਹਨੂੰ ਪਰੇਸ਼ਾਨ ਕੀਤਾ ਗਿਆ
ਔਰ ਉਹਨੂੰ ਇਸ ਤਰੀਕੇ ਦੇ ਨਾਲ ਤੰਗ ਕੀਤਾ ਗਿਆ ਕਿ ਤੂੰ ਨਜਾਇਜ਼ ਕਬਜ਼ਾ ਕੀਤਾ। ਇਸ ਕਰਕੇ ਉਹਨੇ ਜਲੰਧਰ ਦੇ ਵਿੱਚ ਜਿਹੜਾ ਉਹ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਹਾਹਾਕਾਰ ਮੱਚੀ ਹੋਈ ਹੈ। ਸ਼ਾਮ ਦੀ ਅੱਜ ਘਟਨਾ ਕੁਝ ਸਮਾਂ ਪਹਿਲਾਂ ਦੀ, ਔਰ ਲਾਂਬੜਾ ਥਾਣੇ ਦੀ ਇੱਕ ਗਊਸ਼ਾਲਾ ਆਉਂਦੀ ਹੈ, ਉਹਦੇ ਸੰਚਾਲਕ ਨੇ ਕਾਂਗਰਸੀ MLA ਸੁਰਿੰਦਰ ਸਿੰਘ, ਪੁਲਿਸ ਅਫਸਰ ਪੁਸ਼ਪ ਬਾਲੀ ਸਮੇਤ 5 ਲੋਕਾਂ ਨੂੰ ਜ਼ਿੰਮੇਵਾਰ ਜਿਹੜਾ ਉਹ ਦੱਸਿਆਗਾ। ਔਰ ਗਊਸ਼ਾਲਾ ਸੰਚਾਲਕ ਧਰਮਵੀਰ ਬਖਸ਼ੀ ਨੇ ਜਿਹੜਾ ਗਿੱਲ ਸਾਹਿਬ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜੀ। ਧੰਨਵਾਦ ਜੀ। ਤੇ ਕੱਲ ਨੂੰ 9:15 ਵਜੇ ਫੇਰ ਮਿਲਦੇ ਹਾਂ ਤੇ ਸਿੰਘੂ ਦੀਆਂ ਗੱਲਾਂ ਕੱਲ ਨੂੰ ਕਰਾਂਗੇ। ਤੁਸੀਂ ਹੋਰ ਵੀ ਅੱਜ ਗੇੜਾ ਦੇ ਕੇ ਪਤਾ ਕਰੋ ਤੇ ਫਿਰ ਕੱਲ ਨੂੰ ਇਸ ਦੀ ਰਿਪੋਰਟ ਪੇਸ਼ ਕਰਾਂਗੇ। ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸਰ ਨਵਕਿੰਨ ਸਿੰਘ ਪੱਤੀ ਸਿੰਘੂ ਬਾਰਡਰ ਤੋਂ ਗੱਲਬਾਤ ਕਰ ਰਹੇ ਸੀ, ਮੋਰਚੇ ਤੋਂ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਜੀ ਕਿ 9:45 ਤੇ ਪੋਰਟਮੋਡੀ ਕੋਕਿਟਲਮ ਤੋਂ ਫੈਡਰਲ ਕੈਂਡੀਡੇਟ ਵਿਲ ਡੇਵਿਸ ਆਉਣਗੇ ਤੇ ਗੱਲਬਾਤ ਕਰਨਗੇ। ਵਿਲ ਡੇਵਿਸ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸਪੋਰਟਰ ਨੇ ਡੈਨੀ ਮਿਨਹਾਸ, ਸਰ ਸੁਖਜੀਵਨ ਸਿੰਘ ਦਿਓਲ ਤੇ ਪ੍ਰੇਮ ਪ੍ਰਕਾਸ਼ ਆਏ ਹੋਏ ਨੇ। ਪ੍ਰੇਮ ਪ੍ਰਕਾਸ਼ ਹੁਣ ਵੀ ਗੱਲਬਾਤ ਕਰਨਗੇ ਤੇ ਮਿਸਟਰ ਡੇਵਿਸ ਵੀ ਗੱਲ ਕਰਨਗੇ। ਪਹਿਲਾਂ ਸਟਾਰਟ ਕਰਦੇ ਹਾਂ ਮਿਸਟਰ ਡੇਵਿਸ ਨਾਲ। ਮਿਸਟਰ ਡੇਵਿਸ, ਗੁੱਡ ਮਾਰਨਿੰਗ, ਵੈਲਕਮ ਟੂ ਸ਼ੋ। Bonjour, thanks for having me. Thank you. And tell us about yourself. When you engaged with the community there, and what are your vision? Why you want to run for highest office in this country? Well, thank you first of all for having me. I really appreciate it. I know many of my friends are very ardent listeners and love the show. So very honored to be here. I live in Coquitlam. I've been in I've been in that riding for nearly 20 years, where we're raising our 5 children. That's right, 5. I've done my job creating new taxpayers. So we have 5 children. We live in the riding, and it's important to me that we look to our leaders in the riding to be people of the community, that are for the community. And so I've taken this step to take the leadership role in Port Moody Coquitlam. It's a much needed job in our riding that frankly is being underserved. So it's important that we keep an eye towards affordable housing in our riding. It's a fast growing community. There's densification happening, lots of new buildings, lots of new high rises. We have up to 6 SkyTrain stations in our riding, so we're going to see continued growth in our community. And so it's important that someone gets to work for us and goes to Ottawa for us and make sure that the investments come back into Port Moody Coquitlam, so that we can all prosper and continue to have the affordable, safe community that we love. Thank you. First of all, congratulations. It is a courage to run for office. It's not simple, it's very tough. And number 2, being a father, having 5 kids in this world, you are very fortunate. In this world, people are running from having a family. So what are the major issues in your community? In my community, we are fed up with any candidate who are just floating. And they don't know what are the grassroots, what are the issues. So what are the issues in your riding? Well, first of all, thank you. I appreciate. I am blessed. I have 5 beautiful children. It's it's wonderful. I had 4 boys, and then I won the lottery and got the jackpot with a baby girl. Yes. So we have 5 beautiful children, and I'm in this for them. I'm in this for your children. I'm in this for my children. Yes. It's important that we have leaders that step up, that are from our community. Our current situation with our MP is it's someone from outside the riding who's parachuted in, and I would argue had 22 months for a job audition, and it's time to look somewhere else. And the important issues in our community continue to be affordability and housing as a very first point. And it's important that we recognize that we have such a beautiful community: Port Moody, Coquitlam, Belcarra, and Danmore. It is lush. It's green. It needs to continue to be. Beautiful. It's beautiful, and like I say, we have very important transit going through, including West Coast Express. So it's important that we continue to ensure that there's enough on the market in terms of housing, so that we can have the affordability stay at a level where
someday I hope to take my grandchildren to the same soccer fields that I took my children to, so that we can all continue to call this hometown. How this you will maintain affordability? There's no land. How that will happen? The higher density. Well, you are already having so many condominiums, townhouses, and more you are developing there. People are taking out gravel, then turning into lots, and I'm very well aware about your community. So how this affordability will come? From where this land will come? How will you bring down the prices? So the key component to the housing situation is adding more places, more homes to the market. So in our plan, our platform, the Liberal Party of Canada will, refurbish and build 1.4 million new homes in the next few years. And so that is 33% more than what our Conservative counterparts are offering. Okay. It means that indeed there is a limit to how much land we have, but there's also big parcels of land that are unused. Places where we can continue to develop, places where we can continue to do more densification on properties, and make more places available for young people. And that is for young families. That means when you do that densification, you have to add more infrastructure. You have to invest in a community, and you need someone to go and find those investments. If, for example, we have more homes and more young families, then we need more childcare and more childcare spaces. And we've just announced a very important investment in childcare for young families. That will mean that more people can expect to get back into the workforce sooner. It's a positive for the economy. It's a positive for women, and it means that we know we can look forward to that investment. If we go with the Conservatives, we'll see that disappear, and another tax scheme from the Conservatives that would mean we would lose that $3.4 billion investment in this province alone. You are involved in school packs and very much involved with the kids, as you are having 5 children. So to keep your community safe and drug-free, crime-free, what do you have in your mind? So you're right. I've been involved in our school parent advisory councils. Just this last pandemic year, I was the president of 3 different school councils, our elementary, middle, and high school. And I've also coached every sport you can think of for my kids. Congratulations. Well, thank you. It's very important. And that's a good way, getting children, youth involved in our community is an important gateway to being better citizens, to being more involved, to be healthier. Sports clubs, school clubs, all these kinds of programs for youth are very important. And I think that's the fabric of our communities, these kinds of activities and programs that connect us all, that bind us all. Those are very important, and those are places where we need to invest. We also need to continue to be very wide-eyed on keeping our communities safe. It's extremely important. And so, in that regard, I think we're all interested in keeping Coquitlam, Port Moody, Belcarra, and Anmore. That we have a very great small town feel in a big surrounding. Right, we're in the Lower Mainland, but we feel home in those communities. And I've lived in Port Moody and Coquitlam over the last 20 years, and been lucky enough to do so. And there's a real, genuine small town feel to our big city in our riding. Thank you. ਪ੍ਰੇਮ ਪਰਮਾਰ ਜੀ, ਸੌਰੀ ਮੈਂ ਪ੍ਰੇਮ ਪ੍ਰਕਾਸ਼ ਸ਼ਾਇਦ ਕਹਿ ਦਿੱਤਾ। ਧੰਨਵਾਦ ਤੁਹਾਡਾ ਵੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਸਾਰੇ ਸ਼ੇਰੇ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਨਮਸਤੇ, ਸਲਾਮ। ਬਾਈ ਜੀ, ਤੁਸੀਂ ਨਾਲ ਹੋ ਮਿਸਟਰ ਵਿਲਸ ਦੇ, ਤੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਬਾਰੇ ਪੰਜਾਬੀ 'ਚ ਜੇ ਸਮਝਾਉਣਾ ਹੋਵੇ, ਤੇ ਕਿਹੋ ਜਿਹੇ ਕੈਂਡੀਡੇਟ ਨੇ ਤੇ ਕੀ ਵਿਜ਼ਨ ਹੈ? ਮੈਂ ਐਕਚੁਅਲੀ ਡੈਨੀ ਮੈਨਹਾਸ ਉਹਨਾਂ ਦੇ ਥਰੂ ਇਹਨਾਂ ਨੂੰ ਮਿਲਿਆ ਹਾਂ। ਤਕਰੀਬਨ ਪਿਛਲੇ
1 ਸਾਲ ਤੋਂ ਡੈਨੀ ਸਾਹਿਬ ਕਾਫੀ ਇਨਵੋਲਵ ਰਹੇ ਆ ਤੇ ਇਹਨਾਂ ਨੇ ਕਾਫੀ ਮਿਹਨਤ ਵੀ ਕੀਤੀ ਹੈ। ਇੱਕ ਡੈਨੀ ਸਾਹਿਬ ਇੱਥੇ ਤਕਰੀਬਨ 45 46 47 ਸਾਲ ਤੋਂ ਰਹਿ ਰਹੇ ਆ ਤੇ ਉਹ ਇੱਥੇ ਦੀਆਂ ਪ੍ਰੋਬਲਮਸ ਜਾਣਦੇ ਆ ਤੇ ਇੱਥੇ ਹੀ ਇਹਨਾਂ ਨੇ ਸਕੂਲਿੰਗ ਕੀਤੀ ਹੈ ਤੇ ਵਿਲ ਦੇ ਨਾਲ ਉਹ ਕਾਫੀ ਸਮੇਂ ਤੋਂ ਜੁੜੇ ਹੋਏ ਆ ਤੇ ਉਹ ਇੱਕ ਕਾਫੀ ਜਿਸ ਤਰ੍ਹਾਂ ਆਪਣੇ ਇਮਾਨਦਾਰ ਤੁਸੀਂ ਕਹੋ ਸਾਰੀ ਤਰ੍ਹਾਂ ਇਹ ਬੜੇ ਕਮਿਊਨਿਟੀ ਦੇ ਮੇਰਾ ਖਿਆਲ ਹੈ ਕਮਿਊਨਿਟੀ ਦੇ ਕੰਮ ਆਉਣਗੇ। ਕਮਿਊਨਿਟੀ ਦੇ ਕੰਮਾਂ ਦੇ ਵਿੱਚ ਕਮਿਊਨਿਟੀ ਦੇ ਇਸ਼ੂਜ਼ ਦੇ ਵਿੱਚ ਆਉਂਦੇ ਰਹੇ ਮਿਲਦੇ ਰਹੇ ਤੁਹਾਨੂੰ। ਹਾਂਜੀ ਬਿਲਕੁਲ ਜੀ ਬਿਲਕੁਲ ਯਾ ਤੇ ਕਾਫੀ ਡੈਡੀਕੇਟਡ ਪਰਸਨੈਲਿਟੀ ਹੈ ਜੀ ਤੇ ਜਿਸ ਤਰ੍ਹਾਂ ਅਸੀਂ ਵਿਚਰੇ ਹਾਂ ਤੇ ਮੇਰਾ ਖਿਆਲ ਹੈ ਫਿਰ ਇਹ ਕਾਫੀ ਕਮਿਊਨਿਟੀ ਦੇ ਯੰਗ ਵੀ ਹਨ ਤੇ ਜੋ ਯੂਥ ਦੀਆਂ ਪ੍ਰੋਬਲਮਸ ਜਾਣਦੇ ਹੈ ਤੇ Thank you. So, Mr. Davis, we were talking about your involvement in the community. Mr. Minhas is with you. He's involved in community from years and years. And so I have another 2 minutes. Any message you wanted to give at last? Well, I'd like to say Danny is with us Yes. in studio. You are lucky enough. I'm very lucky. The South Asian community is a big support, and there's no one you can look to Danny Minhas as the type of man I know him. who's invested in his community, is invested in children, coaching soccer for 25 years. That's the kind of person that we want to be acknowledged and supported in our community. Our community is a growing community, as I said. And we need to continue to look towards those investments. I've been working with the Port Moody Soccer Club to talk with them specifically around the field that they need to play soccer on. They need that gravel field turned into turf, and those are the types of investments that I pledge to work towards. There's other communities inside of our communities that need infrastructure pieces. Community centers, places to meet, and they're looking to their MP to do those types of things. And those things are very important, and those things I pledge to work with our community and find a way to make happen. Thank you. I say very best wishes, and I would like to invite you another day again to give more time to you. And in fact, we may call another candidates also, and we can talk on that healthy discussion. And we will introduce Mr. Minhas also. This time he's not feeling good to talk. That's good. And that's what exactly happened in our community who works on ground roots. They don't show their faces. That's what the service of Almighty. That's how we learn from our childhood, that when we are serving, we don't want our name out. So that's what all about it. And that's a great lesson for all of us. That's a very important way to live and to serve. And in my view, that is the job of an MP. Yes. And give us your contact number, any email, any constituents want to reach to you, any contact number. Oh, sure. Yeah. Anyone can call me at the office at 778-355-0670. That's 778-355-0670. And we have a website and info@willdavis4mp.ca is the email, but Google it, you'll find me there. You'll probably see a picture of me with my kids, but that's definitely me. Mr. Davis, thank you very much again for your time. Looking forward very soon to sit with you again. Thank you. Thank you. Thank you, sir. ਇਸ ਸਨ ਮਿਸਟਰ ਡੇਵਿਸ ਜਿਹੜੇ ਲਿਬਰਲ ਦੇ ਕੈਂਡੀਡੇਟ ਨੇ। ਪੋਰਟ ਮੂਡੀ ਬਹੁਤ ਬਿਊਟੀਫੁਲ ਛੋਟਾ ਜਿਹਾ ਸ਼ਹਿਰ ਕਹਿ ਲਓ, ਕਸਬਾ ਕਹਿ ਲਓ, ਕਾਰਨਰ 'ਚ ਆ। ਲੋਅਰ ਮੈਨਲੈਂਡ ਦੀ ਹਸਲ ਵਸਲ ਦੇ ਵਿੱਚ ਹੀ ਇੱਕ ਖੂੰਜੇ 'ਚ ਜਾ ਕੇ ਜੇ ਤੁਸੀਂ ਉੱਪਰ ਐਨਮੋਰ ਬਗਲ ਨੂੰ ਚੜ੍ਹ ਜਾਓ, ਤੁਸੀਂ ਇੱਕ ਅਲੱਗ ਜ਼ਿੰਦਗੀ ਦੇਖੋਗੇ। ਬਰਾਡ ਇਨਲੈਟ ਤੇ ਝਾਕੋਗੇ, ਲੋਕ ਉੱਥੇ ਵੀ ਰਹਿੰਦੇ ਆ। ਮਿਸਟਰ ਡੈਨੀ ਮਿਨਹਾਸ ਹੋਣੀ ਜਿਹੜੇ ਕਮਿਊਨਿਟੀ 40 ਵਰਿਆਂ ਤੋਂ ਸਰਗਰਮ ਨੇ, ਉਹ ਆਏ ਨੇ। ਸਰ ਸੁਖਜੀਵਨ ਸਿੰਘ ਦਿਓਲ ਆਏ ਨੇ ਤੇ ਪ੍ਰੇਮ ਪਰਮਾਰ ਜੀ ਆਏ ਨੇ। ਸੋ ਆਉਣ ਵਾਲੇ ਦਿਨਾਂ 'ਚ ਫਿਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਸੱਦ ਕੇ ਤੇ ਹੋਰ ਇਹਨਾਂ ਦਾ ਵਿਜ਼ਨ ਲਿਆ ਜਾਵੇ।
ਇੱਕ ਇੰਟਰਵਿਊ ਮਿਸਟਰ ਫ੍ਰੈਂਕੋ ਟੈਰਾਜ਼ੀਨੋ ਦੇ ਨਾਲ ਆਪਾਂ ਕੀਤੀ ਸੀ ਕਿ ਪੈਸਾ ਧੇਲਾ ਕੀ ਹੈ, ਘਰ ਦਾ ਕੋਈ ਬਜਟ ਹੈ, ਦੇਸ਼ ਦਾ ਬਜਟ ਕੀ ਹੈ। ਸੋ ਪਹਿਲੀ ਇੰਟਰਵਿਊ ਜਿਹੜੀ ਟੈਰਾਜ਼ੀਨੋ ਦੇ ਉਹਨਾਂ ਨਾਲ ਕੀਤੀ, ਉਸ ਤੋਂ ਬਾਅਦ ਤੁਹਾਡੇ ਸਵਾਲ ਸ਼ੁਰੂ ਹੋ ਗਏ, ਬੜੇ ਅਲੱਗ ਕਿਸਮ ਦੇ ਸਵਾਲ ਕਿ ਵਾਕਈ ਅਸੀਂ $1 ਟ੍ਰਿਲੀਅਨ ਦੇ ਡੈਟ 'ਚ ਹਾਂ। ਅਤੇ ਅੱਜ ਫਿਰ ਮਿਸਟਰ ਫ੍ਰੈਂਕੋ ਟੈਰਾਜ਼ੀਨੋ ਮੇਰੇ ਨਾਲ ਨੇ, ਗੱਲਬਾਤ ਆਪਾਂ ਕਰਾਂਗੇ ਉਹਨਾਂ ਨਾਲ ਕਿ ਕੈਨੇਡਾ ਦਾ ਫਿਸਕਲ ਜਿਹੜੀ ਸਿਚੁਏਸ਼ਨ ਆ ਉਹ ਕਿਹੋ ਜਿਹੀ ਆ। ਕੈਨੇਡਾ ਦੀਆਂ ਤਿੰਨੇ ਪਾਰਟੀਆਂ ਕੰਜ਼ਰਵੇਟਿਵ, NDP ਤੇ ਲਿਬਰਲਸ, ਉਹਨਾਂ ਦਾ ਕੀ ਸਟੈਂਸ ਹੈ ਇਹਦੇ 'ਤੇ, ਕੀ ਉਹ ਕਹਿ ਰਹੇ ਨੇ, ਕਿੱਥੇ ਉਹ ਖੜੇ ਨੇ। ਮਿਸਟਰ ਟੈਰਾਜ਼ੀਨੋ, ਗੁੱਡ ਮਾਰਨਿੰਗ। Hey, good morning, and thanks so much for having me on. Thank you so much for joining us again. And you are sitting on hot seat everywhere. You are editorial now. And what is going on that front now? Well, we're trying to raise awareness. We're trying to raise awareness about the massive debt problem that we have in Canada, and I'm talking about the federal government's debt, right? And right now we have a federal election. Politicians, they always want to avoid talking about the elephant in the room, which is how are they going to rein in spending and how they're going to pay for this $1 trillion debt. So we're out here, and thanks to you for letting me speak with your audience, but we're out here to show Canadians just what type of problem the government is in, the fact that we're now $1 trillion in debt. And you know what? All that money eventually will have to come from taxpayers' pockets. And that means that each Canadian right now is on the hook for more than $29,000 in federal government debt. So eventually, whether that's through higher taxes or through inflation, we're all going to be hit with that type of tab if these politicians in Ottawa don't rein in their spending. So Canadian Taxpayers Federation's Canada Day Debt Report 2021 is in front of me. Debt is $1.2 trillion. Debt per person $32,200. 5-year debt increase 27 to 22 is 84%. Interest costs are $20 billion. Interest per person is 570. 5-year interest cost is 112 billions. 5-year interest cost per person is 2,900. After that, there is another column. Government debt and interest costs 2021, federal provincial fiscal year. In British Columbia, you are showing $52,000 debt per person, interest cost per person. Can you elaborate this more? Yeah. So that is both provincial and federal government debt and interest charges, right? Because not only do we have to pay back the federal government's debt, which, as we've mentioned, is now over $1 trillion, but we also have to be worried about the provincial government's debt, because we have to pay that as well as taxpayers. So the numbers that you just threw out there, more than $50,000 in government debt, that includes both the federal government's debt and the provincial government's debt. Because essentially we have these politicians all across Canada at all levels of government, federal, provincial, municipal, that have been spending way too much money for far too long. And, another thing that you bring up is the interest charges, right? Yes. And we have to remember, when governments are spending billions of dollars on interest charges, that's just money to service the debt, right? That would be billions of dollars that we don't get for healthcare, that we don't get to fix the roads, that we don't get back into our pockets through lower taxes, because that billions of dollars on interest charges have to go to the bond fund managers on Bay Street just to pay the government's debt. Okay, this is not the first time in history of governments anywhere in the country. There is debt everywhere. But why you are so energetic this time? This debt ceiling is too high in Canadian history? That's why? Well, that's a great question. Let me break it down. I mean, here's one thing that we have to consider. Even before the pandemic, we were in a bad shape in terms of government spending. In 2018, the Trudeau government spent record highs, and that's even after accounting for inflation and population growth. Now, that means that in 2018, before the pandemic, the Trudeau government was spending more money than it did during any single year during World War II.
Now, just let that sink in. Absolutely mind-boggling, even before the pandemic. And so we were spending way too much money before the pandemic, and then during the pandemic, we see budget 2021, and that will nearly double the pre-pandemic debt within a few short years. Right? Within a few short years, we are adding hundreds of billions of dollars onto the government's debt tab. Now, one of the reasons beyond just these staggering numbers why it's so important is that we have to remember that you have to make some tough decisions now before even tougher decisions are forced on us. Now, you mentioned the fact that some Canadian provinces and the federal government have been in bad spots before. Well, remember Saskatchewan, for example, in the 80s and early 90s. They kept kicking the can down the road, and eventually the province of Saskatchewan had to close 50 hospitals across that province. So if these politicians don't rein in their spending and make tough decisions now, tougher decisions are going to be forced on us. And that was in your editorial when you mentioned. Now, when I'm going through this report, we are having 52,000, but Ontario and Newfoundland, they are in 60,000 plus. So there is in bad situation already, Ontarians? Oh, yeah, Ontario, absolutely. I mean, Ontario is the largest subnational government debtor, hundreds of billions of dollars in debt. I mean, Newfoundland and Labrador, as you mentioned, also in very bad shapes. And here's what's such a big problem now. We just saw the federal government announce a $5.2 billion bailout to Newfoundland and Labrador, with no strings attached. Now, Newfoundland and Labrador is one of the biggest spending provinces per person, and the government is giving them a multi-billion-dollar bailout with no strings attached. So two things are very concerning there. First, well, if they're not forced to rein in spending, I think we should all be concerned that there may be a second or third bailout. But the second thing is that this sets a very bad precedent. If the federal government is going to step in and bail out Newfoundland and Labrador, will the federal government step in and bail out the other bigger provinces, right? That would cost us taxpayers huge. Okay, these the debts and the budgets, they are beyond our reach. The common Canadian who are working from 8 to 6 days, and seventh day he had to mow the lawn and going for some groceries, going for haircut. They don't look in this. If we put that figure, $1 trillion debt on our country, how they will impact me? It's simple. Yeah, that's a great question, and that's why the Canadian Taxpayers Federation is here, right? That's what we're trying to do is speak up for the Canadians who have very busy lives and can't always be looking at this. But if you look at $1 trillion, now that's just the federal government's debt per person. That's more than $29,000, right? And that means that if federal politicians don't reduce their spending, remember they were spending all-time highs before the pandemic. If they don't reduce their spending, that means it'll be average Canadians who end up paying that tab. And now each Canadian owes about $29,000 in federal government debt. And there's only one real way that the federal government can get that money if it doesn't reduce spending, and that's through the taxpayer, right? That'll mean higher taxes today, or higher taxes plus interest tomorrow, or the third way, which is through inflation, which is an inflation tax, which is when the government prints more money. And essentially what you have is you have more dollars in our economy, which means that the dollars that we already have are worth less, right? So why all Canadians need to be worried about this is if these politicians don't rein in their bloated budgets, it's going to be us average Canadians who end up picking up this huge tab. So, as we know, most of us, any country, when they print their currency, they have sort of collateral in gold. And do we have enough if they wanted to print more money? Oh, that's a great question. Unfortunately, I actually don't have an answer to that. I don't have an answer. I'm not sure. But one thing that we do need to be worried about is when you have the Bank of Canada buying government bonds. I mean, essentially what that is doing is you're paying for some of the government debt through the creation of new money. And that is not a good thing. That means it's an inflation tax, right? Where the dollars that we already have in our bank accounts, what we rely on to put food on the table, it means those dollars that we already have
don't go as far as they should. They buy less, right? It means that what we can afford goes down, and one of the reasons for that is because of the printing press, the government printing money, the inflation tax. But there's one other thing that I want to point out, which I think all Canadian taxpayers need to be worried about. Okay. During the pandemic, the average Canadian family paid 36% of its budget to taxes. 36% of the budget to taxes. And that was more than what the average Canadian family paid on food, housing, and clothing combined. So if politicians want to talk about affordability, they need to talk about how higher taxes and the inflation tax reduces affordability. Okay, when we talk about the $1 trillion, when in my community, there are two aspects. One is the rich people who are in business. I was sitting with some of my close relative. He's saying, no, it's nothing $1 trillion. We have lots in Canada. We have lots mining, and we can do all the car manufacturing plants here. It's a big chunk of land in this country, and we can bring people from all over the world. That's what the Liberals are known for, to get more immigrants. Then he says the $1 trillion is nothing in this for this nation. Is that right? No, that's incorrect. I mean, $1 trillion is a significant amount, and one way to compare what an economy can do in terms of paying down the debt is to look at gross debt to GDP. All right, it's a ratio, and Canada's gross debt to GDP is over 100%, which means that even if we sold everything that we produce within Canada for a full year, even if we sold everything we produce for a full year, we still wouldn't be able to pay down that government debt. So that is just absolutely mind-boggling. And also, we should compare with other similar countries, right? Okay. And that's exactly what the International Monetary Fund did. Yes. They compared Canada with about 29 industrialized countries, so with our peers. Okay. And it turns out that our gross debt to GDP was the 5th highest. So we are certainly not doing very good when you look at our peers and our debt to GDP. Okay. Another second note is that common Canadian family, they are saying, oh, it's okay, we got 24,000 per person, we are 3, and we got 72,000 from government from last whole year in pandemic help. Is that valid comparison too? Well, I think what they have to be asking is, how are you going to pay for it? Right? How are you going to pay for that money? Because remember, everything the government spends, that's not money that they're just plucking from the tree. Okay. That money isn't going to fall from the sky, right? So even if you've got all of those subsidies, you have to be asking, well, how is the government going to pay for it? Well, well, there's only one true way, and that's from the taxpayers' pockets, right? We talked, what are they going to do? Are they going to raise taxes? Or are they going to keep on putting on more debt, which is just taxes tomorrow plus interest? Or is there going to be an inflation tax, right, which is the government just printing up more money? So we have to remember, even if you're hearing all of these big spending promises from all the parties, which we're hearing right now, I think the key question that Canadians need to be asking these federal politicians is, how are you going to pay for it? Okay. Let's get to your editorial, yourself and J.S. Goldberg. Okay, so what is political party saying to the Canadian at now in the election? When we had first interview, that was before election. Now there is an election. So what Liberals are saying for this $1 trillion? Well, that's a great question. That is the $1 trillion question. So far, we haven't seen the Liberal Party bring out its platform with any plan to balance the budget. We haven't heard anything from the Liberals in terms of when they're going to balance the budget. So at least right now, we just have to look at what they've done. And let me just go on that. Okay. So in 2015, Justin Trudeau, when he was running to be prime minister, he told Canadians that he would balance the budget in 2019. Yes. That obviously did not happen, Okay. right? And now we hear from the parliamentary budget officer that under the status quo, under the Trudeau government's current trajectory, we wouldn't see a balanced budget until 2070, which is 50 years of deficits. And if that were to happen, then Canadians would lose out on $3.8 trillion just in interest charges,
And remember, with interest charges, that money isn't going to healthcare lower taxes. It's going to the bond fund managers just to service the government's debt. So right now, we haven't heard anything from the Liberal Party in terms of when it's going to balance the budget. But, I mean, they made a promise to us in 2015. They broke that promise. And now if you look at where the Liberals currently stand, I mean, we might not see a balanced budget until 2070. Okay, the another two parties, because they were not in power, they are shrugging their shoulders now and raising their eyebrows. How about Jagmeet Singh? What he's saying? Yeah, well, all we're hearing from the NDP so far is tax this, tax that, tax this, tax that, right? I mean, from the NDP, we saw their platform commitments. They're going to be increasing the highest income tax rate. Mm-hmm. They're going to be increasing business taxes. They want to impose a wealth tax. Mm-hmm. Yeah, they want to increase capital gains taxes. They want to impose an excess profits tax. And they even have some other types of taxes that they have up their sleeve that they're talking about. And, you know, despite all of this rhetoric about raising taxes, the NDP still has no idea how it's going to balance the budget. Absolutely no idea how it's going to balance the budget. So all we've gotten from the NDP is a promise to raise a bunch of taxes, but we haven't heard from them how they're going to balance the budget and pay down the $1 trillion debt. Yeah. And here, let me just add one more thing. Okay. Now, the NDP wants Canadians to think that all of these tax proposals are just going to be paid by big businesses or the rich. But the truth of the matter is that these taxes will be felt by everyday Canadians every time we go to the till, right? Because businesses pass on the cost to customers one way or another. Obviously. Of course, right? So the NDP wants us to think that businesses and the wealthy are going to pay these taxes, but it's going to be everyday Canadians through higher prices and less job opportunities. Yeah, if someone is in any business, if you're raising his tax, for instance, the grocery or car manufacturer, that money comes to us again. That's recycling again. So absolutely, and absolutely. So, what Mr. Toole is saying? Well, okay, so this is a bit of a mixed bag from the Conservatives. I mean, really, the Conservatives are the only party talking about balancing the budget. So I guess you have to give them a little bit of credit there, right? At least they're talking about balancing the budget. O'Toole says he's going to balance the budget within a decade, within 10 years. But you know what? Honestly, the O'Toole plan isn't credible. What the O'Toole plan does, essentially, is say, trust us, and in 10 years we'll have done something good. But here's the problem. I mean, the platform has no targets, no budget targets. Mm-hmm. It barely has any places where they say they're going to find savings, and their own platform isn't even costed. So essentially, the O'Toole Conservatives are saying, like, hey, we're going to balance this budget in 10 years, but they're really not giving Canadians much reason to believe. Exactly. So they're all beating the drum with a different tone and with different music notes, but the normal Canadian, common Canadian, don't understand in these elections. So we are looking for the polls. Now O'Toole and Trudeau, they are neck to neck. So everyone is looking on that. So where should we emphasize more as a Canadian in this election? Well, that's a great question. And I'll just add, a few polls that I've seen over the last 2 or 3 days actually show that more and more Canadians are concerned about balancing the budget and want lower taxes. Mm-hmm. I have seen that in a few of the polls play out. So I think that's very important. And I know many Canadians are worried about the cost of living. And as we talked about, well, you can't talk about the cost of living without talking about how the government increases the cost of living through higher taxes and inflation. So I do think Canadians do care about this, and here's why an election is so important. Mm-hmm. When you hear these press conferences, I mean, politicians are going to politic, right? They don't want to answer the questions directly, and I think they are trying to avoid the elephant in the room, which is the $1 trillion debt. Mm-hmm. But now, politicians have to come to our doors and talk to us if they want our vote, and now it is the perfect opportunity for all of your listeners, for all Canadians, to ask these politicians the goods, right? When are you going to balance the budget? Mm-hmm. And you know what? If these politicians, if they want to duck those questions,
I'd love to see that at the doors, right? But now it is finally our chance in this election to hold them accountable and to ask them, hey, what are you doing about the $1 trillion debt? Where are you going to save some money? And are you going to raise my taxes to pay for all of your overspending? You are a professional and working with this Canadian Taxpayers Federation, which is, they wanted to put a tab on any government, regardless of any party. Let's get more feasible. In the Chrétien and then Paul Martin, then Harper, now Mr. Trudeau, how was debt on their times? And it was just, now it's $1 trillion. And how was in Harper time? Was it $500 billion or 200 billion or 300 billion? Do you have some figures? Yeah, last I looked, it got up to about 600 billion before Trudeau took office. So right, and if you look at pre-pandemic, okay, let's look up until the pandemic hit Canada, we are at about 700 billion. Okay, and now we got budget 2021 from the Trudeau government, which goes to 2026. Okay. So from 2019, where we're at 700 billion around there, the Trudeau government's last budget is going to nearly double that $700 billion of debt to $1.4 trillion by 2026, which is just absolutely mind-boggling that within a matter of a few years, our government is going to be nearly doubling the debt. And let me just circle back to another just absolutely mind-boggling statistic. But in 2018, before the pandemic, our federal government was spending more than a federal government had ever spent in Canada in any single year. And that is after accounting for inflation and population growth. So in 2018, the Trudeau government was spending more than it ever did in any single year during World War II. Yeah, the candidates are doing wherever they in demographic. Now I'm having a look on my studio TV. Mr. Aaron O'Toole is saying he's going to ban the puppy mill. The puppies they are importing from all over the world and selling for $3,000. He's going to ban that. See where they are heading to. So at last, I'm running out of time. Anything I didn't ask and you wanted to say in closing? Well, I just want to thank you so much for having me on the show, and I think that as Canadians, when these politicians come to our doors, I just think there's three crucial questions that we need to be asking them, right? The first one is, what are you going to do about this $1 trillion federal debt? The second question is, where are you going to find some savings in this bloated $500 billion budget? Yes. Right? There is no reason that the federal government can't find savings when you consider that the federal government was spending all-time highs before the pandemic. And the third crucial question is, are you going to raise my taxes to pay for all of this spending? So I hope that your listeners remember those questions and are able to get a straight answer from those politicians when they come knocking on the door. Mr. Terrazino, thank you so much again for your time. And I wanted to get you once in a week, and my listeners want to interact with you. They wanted to ask you direct questions. So in next interview next week, as per your schedule, we will fix it, and we will open the lines. And they wanted to ask you the questions, how to do it. That would be fantastic. Thank you, Mr. Terrazino. Best wishes. Thank you. Bye. ਮਿਸਟਰ ਫ੍ਰੈਂਕੋ ਟੈਰਾਜ਼ੀਨੋ ਗੱਲਬਾਤ ਕਰ ਰਹੇ ਸੀ। ਗੱਲ ਜਿਹੜੀ ਹੈ ਵਾਕਈ ਅਲਾਰਮਿੰਗ ਹੈ ਜਿਹੜੀ ਉਹਨਾਂ ਦੱਸ ਰਹੇ ਨੇ। ਦੇਖੋ 600 ਬਿਲੀਅਨ ਹਾਰਪਰ ਦੇ ਸਮੇਂ ਸੀ ਜਦ ਟਰੂਡੋ ਨੇ ਟੇਕ ਆਫ ਕੀਤਾ, ਹੁਣ 1.2 ਟ੍ਰਿਲੀਅਨ ਦੇ ਨੇੜੇ ਆ ਉਹਨਾਂ ਦੀ ਜਿਹੜੀ ਟੈਕਸ ਪੇਅਰ ਫੈਡਰੇਸ਼ਨ ਦੀ ਜਿਹੜੀ ਸ਼ੀਟ ਆ ਉਹਦੇ ਹਿਸਾਬ ਨਾਲ। ਅੱਛਾ, ਨੰਬਰ 2 ਇਹ ਹੈ ਕਿ ਕੀ ਇਹ ਸਾਰਾ ਕੁਝ ਸਭ ਕੁਝ ਕੀ ਇਹ ਪੈਂਡੈਮਿਕ ਦੇ ਵਿੱਚ ਖਰਚ ਹੋਇਆ? ਨਹੀਂ, ਉਹ ਕਹਿੰਦਾ ਵੀ ਪਹਿਲਾਂ ਹੀ ਜਿਹੜੀ ਉਹਨਾਂ ਦੀ, ਜੇ ਤੁਸੀਂ ਅੱਜ ਕੈਨੇਡਾ ਡੈਟ ਰਿਪੋਰਟ 2021 ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ 'ਤੇ ਜਾਓਗੇ ਤਾਂ ਉਹਦੇ 'ਤੇ ਸਭ ਕੁਛ ਲਿਖਿਆ ਹੈ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ ਦੇ ਬਾਰੇ, ਇਹ ਕੀ ਹੈ ਅਤੇ ਉਸ ਤੋਂ ਬਾਅਦ ਡੈਟ ਕਿੰਨਾ ਅਲਬਰਟਾ ਦੇ ਪਰ ਪਰਸਨ ਕਿੰਨਾ, ਦੋਨੇ ਕੰਟਰੀਆਂ ਦਾ, ਦੋਨੇ ਸਾਰੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਮਿਲਾ ਕੇ। ਹੁਣ BC ਦਾ $52,000 ਪਰ ਪਰਸਨ ਉਹ ਡੈਟ ਕਹਿ ਰਿਹਾ। ਇੰਟਰਸਟ ਕਾਸਟ ਪਰ ਪਰਸਨ $1,100 ਹੈ ਅਤੇ ਸੂਬਿਆਂ ਦੇ ਵਿੱਚ 61,600 ਓਨਟਾਰੀਓ 'ਚ ਹੈ,
65,200 ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ। ਇਹ ਹੁਣ ਨਵੇਂ ਇੱਕ ਈਰਾ ਸਟਾਰਟ ਹੋਇਆ ਸਵਾਲਾਂ ਦਾ, ਤੇ ਇਹਦੇ ਤੇ ਤੁਸੀਂ ਵੀ ਫੋਕਸ ਕਰੋ। ਜਦ ਕੋਈ ਵੀ ਕਿਸੇ ਪਾਰਟੀ ਦਾ ਕੈਂਡੀਡੇਟ ਤੁਹਾਡੇ ਕੋਲ ਆਉਂਦਾ, ਉਹਨੂੰ ਕਹੇ ਭਾਈ ਸਾਹਿਬ ਇਹ $1 ਟ੍ਰਿਲੀਅਨ 1000 ਬਿਲੀਅਨ ਹੈ, 1 ਬਿਲੀਅਨ 'ਚ 1000 ਮਿਲੀਅਨ ਹੁੰਦਾ। ਇਹ $1 ਖਰਬ ਦਾ ਤੁਹਾਡੀ GDP ਦਾ 118%, ਜਿੰਨਾ ਤੁਸੀਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿੰਨਾ ਤੁਸੀਂ ਬਣਾਓ ਸਾਰਾ ਹੀ ਵੇਚੋ, ਤਾਂ ਵੀ ਡੈਟ ਨਹੀਂ ਲੈ ਰਿਹਾ 1 ਸਾਲ 'ਚ। ਸੋ ਇੰਡਸਟਰੀਅਲਾਈਜ਼ ਜਿਹੜੀਆਂ ਕੰਟਰੀਆਂ ਨੇ ਉਹ 'ਚੋਂ 5ਵੇਂ ਹਾਈਐਸਟ ਰੈਂਕ ਤੁਸੀਂ ਡੈਟ ਵਾਲੇ 'ਚ ਆਉਂਦੇ ਹੋ। ਇਹਦਾ ਸਵਾਲ ਜਵਾਬ ਹੁਣ ਜਿਹੜੇ ਗਵਰਨਮੈਂਟ ਹੈ, ਹੁਣ ਹਾਰਪਰ ਦਾ ਸਮਾਂ ਲੰਘ ਗਿਆ, ਉਸ ਬਿਲਕੁਲ 600 ਬਿਲੀਅਨ ਉਹ ਦੇਖ ਕਹਿ ਕੇ ਗਏ ਨੇ। ਇਹ ਨਹੀਂ ਸੀ ਅਬ ਡੈਟ ਫਰੀਜ਼ ਜਾਂ ਟਰੂਡੋ ਨੇ ਟੇਕ ਓਵਰ ਕੀਤਾ, ਪਰ 600 ਤੋਂ 1.2 ਟ੍ਰਿਲੀਅਨ ਆਲਮੋਸਟ ਡਬਲ। ਤੇ ਪੈਂਡੈਮਿਕ ਤੋਂ ਪਹਿਲਾਂ 700 ਬਿਲੀਅਨ ਦਾ ਡੈਟ ਸੀ। ਸੋ ਮਤਲਬ 15 ਤੋਂ ਲੈ ਕੇ 20 ਤੱਕ 5 ਸਾਲਾਂ 'ਚ ਹੋਰ ਡੈਟ ਸੀ। ਸੋ ਇਹ ਸਵਾਲ ਤੁਹਾਨੂੰ ਪੁੱਛਣੇ ਚਾਹੀਦੇ ਨੇ। ਨੈਕਸਟ ਟਾਈਮ ਜਦ ਲੈ ਕੇ ਆਊਂ ਅਗਲੇ ਹਫਤੇ ਵਿੱਚ ਟੈਰਰਜ਼ੀਨੋ ਨੂੰ, ਤਾਂ ਤੁਸੀਂ ਸਵਾਲ ਪੁੱਛੋ। ਸਾਰੇ ਬਹੁਤ ਨੇ ਕਮਿਊਨਿਟੀ ਜਿਹੜੇ ਪੁੱਛ ਸਕਦੇ ਆ। ਕਿਸੇ ਵੀ ਪਾਰਟੀ ਨੂੰ ਤੁਸੀਂ ਪਿਆਰ ਕਰਦੇ ਹੋ, ਕਿਸੇ ਵੀ ਕੈਂਡੀਡੇਟ ਨੂੰ ਪਿਆਰ ਕਰਦੇ ਹੋ, ਪਰ ਜਦ ਤੁਹਾਡੇ ਭਵਿੱਖ ਦਾ ਮਾਮਲਾ ਹੋਵੇ ਵੀ ਭਵਿੱਖ ਕੀ ਆ ਤੁਹਾਡਾ, ਤਾਂ ਫਿਰ ਸਵਾਲ ਪੁੱਛਣੇ ਜ਼ਰੂਰੀ ਨੇ। ਇੱਕ ਘਰ ਦੇ ਵਿੱਚ 3000 ਦੀ ਕਮਾਈ ਹੈ ਤੇ 5000 ਦਾ ਖਰਚਾ, ਉਹ ਘਰ ਕਿੰਨਾ ਚਿਰ ਚੱਲੇਗਾ? ਕਿੰਨਾ ਚਿਰ ਉਹ ਘਰ ਦੇ ਸਿਰ ਤੇ ਛੱਤ ਰਹੇਗੀ? ਕਿੰਨਾ ਚਿਰ ਉਹ ਘਰ ਦੇ ਵਿੱਚ ਲੋਕ ਆਨੰਦ ਕਰਨਗੇ? ਇਹ ਜ਼ਰੂਰ ਹੈ। ਪਲੀਜ਼ ਪਾਰਟੀ ਕਿਸੇ ਨੂੰ ਵੋਟ ਪਾ ਦਿਓ, ਪਰ ਸਵਾਲ ਜ਼ਰੂਰ ਪੁੱਛਿਓ ਜਦ ਕੋਈ ਆਉਂਦਾ। ਜਿਹੜਾ ਹੁਣ ਮੈਂ ਹੁਣ ਤਾਂ ਹੀ ਉਹਨਾਂ ਨੂੰ ਕਿਹਾ ਸੀ ਵੀ ਦੋਨੇ ਮੋਢੇ ਚੱਕ ਰਹੇ ਨੇ, NDP ਵਾਲੇ ਵੀ ਚੱਕ ਰਹੇ ਨੇ ਤੇ ਕੰਸਰਵੇਟਿਵ ਵਾਲੇ ਵੀ ਚੱਕ ਰਹੇ ਨੇ, ਕਿਉਂਕਿ ਉਹ ਗਵਰਨਮੈਂਟ ਦੇ ਵਿੱਚ ਨਹੀਂ ਸੀ। ਗਵਰਨੈਂਸ ਜਿਹੜੀ ਕਰ ਰਿਹਾ ਹੈ ਉਹ ਟਰੂਡੋ ਨਹੀਂ ਕਰ ਰਹੇ ਸੀ। ਸੋ ਜਿਹੜਾ ਕੰਮ ਕਰੂਗਾ ਤਾਂ ਉੱਥੇ ਇਸ਼ੂਜ਼ ਵੀ ਹੋਣਗੇ, ਜਿਵੇਂ ਹੁਣ ਇਹ ਡੈਟ ਆ, ਪਰ ਫਿਰ ਵੀ ਇਹ ਫੀਜ਼ੇਬਲ ਨਹੀਂ ਹੈ। ਜਿਹੜਾ ਡੈਟ ਹੈ ਉਹ ਵੱਧ ਹੈ, ਡੇ ਟੂ ਡੇ ਵੱਧ ਰਿਹਾ, ਮਤਲਬ ਵੱਧ ਨਹੀਂ। $1 ਟ੍ਰਿਲੀਅਨ ਦਾ ਡੈਟ ਜਿਹੜਾ, ਉਹਨੂੰ ਕੰਟਰੋਲ ਕਿਵੇਂ ਕਰਨਾ, ਇਹਦੇ ਤੇ ਕੋਈ ਜਵਾਬ ਨਹੀਂ ਦੇ ਰਿਹਾ, ਕੋਈ ਨਹੀਂ ਗੱਲ ਕਰ ਰਿਹਾ ਵੀ ਕਿਵੇਂ ਇਹ ਘਟਣਾ, ਕੋਈ ਨਹੀਂ ਗੱਲ ਕਰ ਰਿਹਾ। 604 204 0600 ਆਨ 에ਅਰ ਨੰਬਰ ਹੈ। ਜੇ ਕੋਈ ਗੱਲਬਾਤ ਕਰਨੀ ਹੋਵੇ, ਇੱਕ ਅੱਧਾ ਕਾਲ ਮੈਂ ਲੈ ਸਕਦਾ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 8787 6045038787। ਹਰ ਰੋਜ਼ ਦੀਆਂ ਗਰੋਸਰੀਆਂ, ਤਾਜ਼ੇ ਫਲ, ਤਾਜ਼ੀਆਂ ਸਬਜ਼ੀਆਂ ਘਰ ਬੰਨਣਾ ਤਾਂ 604 503 8787। ਗਗਨ ਸਿੰਘ 604 349 1313। ਡਾਲਰਾਂ ਦਾ ਰੇਟ ਪੰਜਾਬ ਨੂੰ, ਰੁਪਈਆਂ ਦੇ ਡਾਲਰ, ਦਾਅਵਾ ਤੇ ਵਾਅਦਾ ਪੱਕਾ। ਗਗਨ ਸਿੰਘ 6043491313। ਗਗਨ ਸਿੰਘ। ਸੁਖੀ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਇਹ ਗੱਲ ਤੁਹਾਡੀ ਸਹੀ ਹੈ ਜੀ। ਆਪਣੇ ਦੇਖੋ ਜਿਹੜਾ ਲਿਬਰਲ ਨੇ ਕਰ ਰਿਹਾ, ਸੋ ਮੇਰੇ ਵੀ ਵੀਕਐਂਡ ਦੇ ਉੱਤੇ ਡੋਰ ਟੂ ਡੋਰ ਜਾਂਦੇ, ਕੈਨ ਹਾਰਡੀ ਉਹਨਾਂ ਦਾ ਬੰਦਾ ਆਇਆ ਸੀ, ਤਾਂ ਮੈਂ ਉਹਨਾਂ ਨੂੰ ਪੁੱਛਿਆ ਜਿੱਦਾਂ ਨਾ ਵੀ ਤੁਹਾਡਾ ਏਜੰਡਾ ਕੀ ਹੈਗਾ, ਜਾਂ ਤੁਸੀਂ ਆਪਣਾ ਪਲੇਟਫਾਰਮ ਰਿਲੀਜ਼ ਕੀਤਾ? ਕਹਿੰਦੇ ਸਾਡਾ ਸਾਰਾ ਕੁਝ ਵੈਬਸਾਈਟ ਦੇ ਉੱਤੇ ਹੈਗਾ ਜੀ। ਸੋ ਇੰਨਾ ਉਹ ਝੂਠ ਬੋਲ ਰਿਹਾ ਹੈਗੇ, ਲੋਕਾਂ ਨੂੰ ਇਹ ਦੱਸ ਰਿਹਾ ਵੀ ਸਾਡਾ ਵੈਬਸਾਈਟ ਦੇ ਉੱਤੇ ਹੈਗਾ। ਵੀ ਜੇ ਤੁਹਾਨੂੰ ਅਸੀਂ ਫੇਸ ਟੂ ਫੇਸ, ਮੈਂ ਕਿਹਾ ਮੈਂ ਤੁਹਾਡਾ ਕੈਨ ਹਾਰਡੀ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ, ਵੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਵੇਂ ਮੇਰੀ ਵੋਟ ਉਹ ਚਾਹੁੰਦੇ ਆ, ਤੇ ਉਹ ਕਹਿੰਦੇ ਜੀ ਇੱਥੇ ਆਪਣੇ ਨੇੜੇ ਹੀ ਉਹ ਆਪਣੇ ਹੈਗੇ ਆ, ਸੋ ਉਹਨਾਂ ਨੂੰ ਬੁਲਾ ਸਕਦੇ, ਪਰ ਉਸ ਤੋਂ ਬਾਅਦ ਕੋਈ ਨਹੀਂ ਬੋਲਿਆ ਜੀ ਉਹ। ਸੋ ਇਸ ਕਰਕੇ ਲੋਕਾਂ ਨੂੰ ਆਪਣੇ ਸੋਚਣਾ ਚਾਹੀਦਾ ਵੀ ਅਸੀਂ ਮਤਲਬ ਇਹਨਾਂ ਨੂੰ ਜ਼ਰੂਰ ਪੁੱਛੋ, ਆਪਣੇ ਜਿੱਦਾਂ ਕਹਿ ਗਿਆ ਨਾ ਤੁਹਾਡੇ ਆਪਣੇ ਜਿਹਨਾਂ ਤੁਸੀਂ ਸੱਦਿਆ ਸੀ, ਸੋ ਇਹਨਾਂ ਨੂੰ ਹਾਂਜੀ ਉਹਨਾਂ ਨੂੰ ਜ਼ਰੂਰ ਪੁੱਛੋ ਵੀ ਆਪਣੇ ਵੀ ਤੁਸੀਂ ਕਰਨਾ ਕੀ ਹੈਗਾ। ਜਿਹੜਾ ਡੈਟ ਇੰਨਾ ਆਪਣੇ ਉੱਤੇ ਚੜਿਆ ਹੈਗਾ, ਵੀ ਜੇ ਹੁਣ ਅਸੀਂ ਨਹੀਂ ਪੇ ਕਰਦੇ, ਸਾਡੀਆਂ ਜਨਰੇਸ਼ਨਾਂ ਕੋਲ ਵੀ ਨਹੀਂ ਪੇ ਕਰ ਹੋਣਾ ਜੀ, ਉਹ ਵਧੀ ਜਾਣਾ ਜੀ ਉਹ, ਜੇ ਇਹਨਾਂ ਦੀ ਸਰਕਾਰ ਆ ਗਈ। ਬਿਲਕੁਲ ਜੀ। ਹੁਣ ਉਹ ਕਹਿ ਗਏ 2-2000 ਆਇਆ, ਕੱਛਾਂ ਵਜਾਉਂਦੇ ਫਿਰਦੇ ਨੇ। ਉਹ 24000 ਜਿੱਦਣ ਤੁਹਾਡੇ ਤੋਂ ਲੈਣਾ ਹੈ, ਗਰੋਸਰੀ ਮਹਿੰਗੀ ਹੋ ਜੂ, ਕਾਰਾਂ ਮਹਿੰਗੀਆਂ ਹੋ ਜਾਣਗੀਆਂ, ਤੁਹਾਡੇ ਖਰਚੇ ਮਹਿੰਗੇ ਹੋਣਗੇ, ਟੈਕਸ ਵਧਾ ਦੇਣਗੇ, ਤੁਹਾਡੀ ਜੇਬ 'ਚੋਂ ਲੈਣਾ ਹੋਰ ਕਿੱਥੋਂ ਲਿਆਉਣਗੇ ਉਹ? ਜਾਂ ਤਾਂ ਪਲਾਨ ਹੋਣ ਨਾ ਵੀ ਦੇਖੋ ਜੀ ਫੈਕਟਰੀਆਂ ਲੱਗ ਰਹੀਆਂ ਨੇ, ਕਾਰ ਮੈਨੂਫੈਕਚਰਿੰਗ ਪਲਾਂਟ ਲੱਗ ਰਹੇ ਨੇ, ਤੇ ਮਾਈਨਿੰਗ ਵੱਡੇ ਲੈਵਲ ਤੇ ਸ਼ੁਰੂ ਹੋ ਰਹੀ ਹੈ, ਇਹ ਹੋ ਰਿਹਾ, ਆਹ ਹੋ ਰਿਹਾ। ਮਤਲਬ ਜਾਂ ਤਾਂ ਲੱਗੇ ਨਾ, ਤੁਹਾਡੇ ਕੋਲ ਕੈਨੇਡਾ ਦੇ ਕੋਲ ਕਿਹੜੀ ਇੰਡਸਟਰੀ ਆ ਜਿੱਥੋਂ ਅਸੀਂ ਲੱਗੇ ਕਿ ਸਾਨੂੰ ਬਹੁਤ ਪੈਸਾ ਬਣ ਸਕਦਾ? ਇੱਕ ਵੀ ਦੱਸੋ। ਆਇਲ ਐਂਡ ਗੈਸ ਇੰਡਸਟਰੀ ਹੈ, ਫੇਡ ਹੋ ਰਹੀ ਹੈ ਦੁਨੀਆ ਦੇ ਵਿੱਚ, ਕਲੀਨਰ ਐਨਰਜੀ ਨੂੰ ਲੋਕ ਜਾ ਰਹੇ ਨੇ, ਇਲੈਕਟ੍ਰਿਕ ਕਾਰਾਂ ਆ ਰਹੀਆਂ ਨੇ, ਵਿੰਡ ਮਿਲਜ਼ ਲੱਗ ਰਹੀਆਂ ਨੇ, ਸੋਲਰ ਐਨਰਜੀ ਆ ਰਹੀ ਹੈ, ਤੇਲ ਵਾਲਾ ਕੰਮ ਫੇਰ ਹੋ ਰਿਹਾ। ਮਾਈਨਿੰਗ ਅਸੀਂ ਐਕਸਪਲੋਰ ਨਹੀਂ ਕਰ ਰਹੇ, ਇੰਨੀ ਹੈ ਨਹੀਂ। ਮੈਨੂਫੈਕਚਰਿੰਗ ਪਲਾਂਟ ਸਾਡੇ ਕੋਲ ਕਿੰਨੇ ਕੁ ਨੇ?
ਲੰਬਰ ਦੀ ਜਗ੍ਹਾ ਹੋਰ ਚੀਜ਼ਾਂ, ਘਰ ਜਿਹੜੇ ਨੇ ਹੋਰ ਮਟੀਰੀਅਲਾਂ ਤੋਂ ਬਣ ਰਹੇ ਨੇ। ਸੋ ਤੁਸੀਂ ਇਹ ਦੇਖੋ ਬਈ ਸਾਡੇ ਕੋਲ ਕਿਹੜੀ ਚੀਜ਼ ਆ। ਟੂਰਿਜ਼ਮ ਹੈ। ਟੂਰਿਜ਼ਮ ਜੇ ਆਪਾਂ ਹੁਣ ਕਹਿੰਦੇ ਸੀ ਨਾ ਵੀ ਆਪਾਂ BC ਟੂਰਿਜ਼ਮ ਤੇ ਆ, ਹੋ ਗਿਆ ਟੂਰਿਜ਼ਮ ਦਾ ਪੈ ਗਿਆ ਭੋਗ। 2 ਸਾਲਾਂ ਦੇ ਵਿੱਚ ਕਿੱਥੇ ਖੇਡਾ ਟੂਰਿਜ਼ਮ? ਨਾ ਪਿਛਲੇ ਸਾਲ ਕੋਈ ਕਰੂਜ਼ ਸ਼ਿਪ ਆਇਆ, ਨਾ ਆਹ ਸਾਲ ਆਇਆ। ਪਹਿਲਾਂ ਵੀ ਕਰੂਜ਼ ਸ਼ਿਪ ਜਿਹੜੇ ਮੂਵ ਨੇ ਸਿਆਟਲ ਨੂੰ ਹੋ ਰਹੇ ਨੇ। ਪਰ ਜੇ ਹੁਣ ਉਈਓ ਹੀ ਗਲੋਸੀ ਪਿਕਚਰ ਦਿਖਾਈ ਜਾਣੀ ਹੈ, ਜਿਵੇਂ ਓਇਲ ਐਂਡ ਆਪਣੇ ਗੈਸ ਦੀ LNG ਗੈਸ ਦੀ ਦਿਖਾਈ ਸੀ ਨਾ ਆਪਣੇ ਕ੍ਰਿਸਟੀ ਕਲਾਰਕ ਜੀ ਨੇ, ਗਲੋਸੀ ਪਿਕਚਰਸ ਆ ਦੇਖੋ ਜੀ, ਇੱਥੇ ਟੈਂਕਰ ਖੜੇ ਨੇ, ਇਹ ਜੀ ਇੱਕ ਪ੍ਰੋਸਪਰ ਫੰਡ ਇੰਨੇ ਦਾ ਪਤਾ ਨਹੀਂ ਕਿੰਨੇ ਸਾਨੀ 100 ਬਿਲੀਅਨ ਕਹਿੰਦੀ ਸੀ ਬੀਬੀ, 10,000 ਨੌਕਰੀਆਂ, ਕੁਨੈਲ 'ਚ ਘਰਾਂ ਨੂੰ ਅੱਗ ਲੱਗ ਜੂ, ਲੋਕ ਇੱਥੋਂ ਜਿਉਂ ਭੱਜੇ ਤਾਂ ਬਹੁਤ ਮਹਿੰਗਾ ਹੋ ਜਾਣਾ ਬਾਈ, ਕਿਟਾਮੈਟ ਦੇ ਵਿੱਚ ਤਾਂ ਜ਼ਮੀਨ ਨਹੀਂ ਮਿਲਣੀ, ਇੱਥੋਂ ਭੱਜ ਲੈ ਲੋਕ, ਕਰ ਲੋ ਕੰਮ। ਹੋਇਆ ਕੁਛ ਨਹੀਂ ਹੋਇਆ। ਨੇਟਿਵ ਲੋਕ, ਇੰਡੀਜਨਸ ਲੋਕ ਆਪ ਟਰੀਟੀਆਂ ਕਰਕੇ ਹੁਣ ਉਹ ਨੈਚੁਰਲ ਗੈਸ ਦੀ ਗੱਲ ਕਰ ਰਹੇ ਨੇ। ਪਰ ਫਿਰ ਵੀ ਅਸੀਂ ਜਿਹਨੂੰ ਮਰਜ਼ੀ ਵੋਟ ਪਾਓ, ਪਰ ਸਵਾਲ ਜ਼ਰੂਰ ਪੁੱਛੋ, ਉਈਓ ਨਾ ਅੱਖਾਂ ਮੀਚ ਕੇ ਤੁਰੋ ਨਾਲ। ਗ੍ਰੇਟ ਕੈਨੇਡੀਅਨ ਆਇਲ ਚੇਂਜ 604 590 2580। ਹਾਂ, ਜੇ ਪਾਰਟੀਆਂ ਦੇ ਕੋਲ ਕੋਈ ਸੱਚ ਆ ਫਿਰ ਕੈਨੇਡਾ ਟੈਕਸ ਪੇਅਰ ਫੈਡਰੇਸ਼ਨ ਨੂੰ ਚੈਲੰਜ ਕਰੋ। ਕੈਂਡੀਡੇਟ ਕਿਸੇ ਪਾਰਟੀ ਦੇ ਆ ਜਾਣ, ਮੈਂ ਟੈਰਾਜ਼ੀਨੋ ਨੂੰ ਸੱਦ ਲੂੰ ਤੇ ਮੈਂ ਸਟੂਡੀਓ 'ਚ ਉਹਨਾਂ ਨੂੰ ਬਿਠਾ ਲੂੰਗਾ, ਤਿੰਨੇ ਪਾਰਟੀਆਂ ਦੇ ਆ ਜਾਣ, ਟੈਰਾਜ਼ੀਨੋ ਨੂੰ ਲੈ ਲਾਂਗੇ ਤੇ ਉਹਦੇ ਸਵਾਲਾਂ ਦੇ ਜਵਾਬ ਦੇ ਦੇਣ, ਔਨ ਏਅਰ ਆ ਜਾਣ ਵੀ ਬਾਕੀ $1 ਟ੍ਰਿਲੀਅਨ ਦਾ ਡੈਟ ਹੈ ਕਿ ਨਹੀਂ, ਕਿਵੇਂ ਪੇ ਹੋ। ਸ਼ੋਅ ਅੱਜ ਦਾ ਇੰਨਾ ਹੀ। ਵੀਕਐਂਡ ਦੇ ਰੁਝੇਵੇਂ ਕੀ ਹੋਇਆ। ਗੁਰੂ ਨਾਨਕ ਸੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡਾ ਇਕੱਠ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਜਾਂ ਨਾ ਛਾਪਣ ਦੇ ਬਾਰੇ ਇਹ ਮਸਲਾ ਜਿਹੜਾ ਕਮਿਊਨਿਟੀ ਦੇ ਵਿੱਚ ਆ ਰਿਹਾ ਹੈ, ਉੱਪਰ ਬੈਠ ਕੇ ਥੱਲੇ ਬਹਿਣ ਦਾ ਰੇੜਕਾ ਸਾਨੂੰ ਯਾਦ ਹੈ, ਉੱਧਰ ਨੂੰ ਕਮਿਊਨਿਟੀ ਨਾ ਕਿਤੇ ਚਲੇ ਜਾਵੇ, ਇਸ 'ਤੇ ਵੱਡੀਆਂ ਵਿਚਾਰਾਂ ਹੋਈਆਂ। ਦੂਜੇ ਸ਼ੋਅ ਦੇ ਵਿੱਚ ਇਸ ਦੇ ਬਾਰੇ ਸਾਰੀ ਗੱਲਬਾਤ ਹੋਏਗੀ। ਮਿਲਦੇ ਹਾਂ 1.5 ਘੰਟੇ ਤੱਕ। ਰੱਬ ਰੱਖ।